ਸਤਿ ਸ਼੍ਰੀ ਅਕਾਲ ਜੀ, मैं हाँ रणबीर सिंह राणा ते पिछले कई दिनों तो लगातार किसान ਦੇ ਵਿਰੋਧ ਦੇ ਵਿੱਚ ਜਿਹੜੇ ਖੇਤੀ ਕਾਨੂੰਨ ਬਣੇ ਨੇ ਉਸ ਨੂੰ ਲੈ ਕੇ ਪ੍ਰੋਟੈਸਟ ਚੱਲ ਰਿਹਾ ਹੈ ਤੇ ਵੱਡੀ ਗੱਲ ਇਹ ਹੈ ਕਿ ਇਹਨਾਂ ਸੰਘਰਸ਼ਾਂ ਦੇ ਵਿੱਚ ਪੰਜਾਬ ਦੇ ਕਲਾਕਾਰ ਹੋਣ, ਹਰਿਆਣਾ ਦੇ ਕਲਾਕਾਰ ਹੋਣ, ਉਹ ਅੱਗੇ ਆਏ ਨੇ। ਪੰਜਾਬੀ ਗਾਇਕ ਅਤੇ ਅਦਾਕਾਰ ਅੱਗੇ ਆਏ ਨੇ ਅਤੇ ਇਸ ਵੇਲੇ ਸਾਡੇ ਨਾਲ ਸੋਨੀਆ ਮਾਨ ਨੇ ਅਤੇ ਮਹਿਤਾਬ ਵਿਰਕ ਨੇ, ਜਿਹੜੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਵੀ ਬੁਲੰਦ ਕਰ ਰਹੇ ਨੇ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਪੰਜਾਬੀ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਡੇਲੀ ਪੋਸਟ ਸੋਨੀਆ ਮਾਨ ਜੀ ਤੇ ਮਹਿਤਾਬ ਜੀ, ਸਾਨੂੰ ਕਈ ਵਾਰੀ ਇਦਾਂ ਲੱਗਦਾ ਹੈ ਕਿ ਜਿਹੜੇ ਕਲਾਕਾਰ ਨੇ ਉਹ ਵੈਨਿਟੀ ਵੈਨ 'ਚ ਬੈਠਦੇ ਨੇ, ਉਹ ਮੇਕਅਪ ਕਰਾਉਂਦੇ ਨੇ, ਉਹ ਏਸੀਆਂ ਦੇ ਵਿੱਚ ਬੈਠਦੇ ਨੇ ਤੇ ਇਹਨਾਂ ਸੰਘਰਸ਼ਾਂ ਦਾ ਹਿੱਸਾ ਬੜਾ ਔਖਾ ਹੁੰਦਾ ਬਣਨਾ। ਪਰ ਜਦੋਂ ਤੋਂ ਤੁਹਾਨੂੰ ਦੇਖ ਰਹੇ ਹਾਂ, ਪਿਛਲੇ ਕਈ ਦਿਨਾਂ ਤੋਂ ਤੁਸੀਂ ਵੀ ਸੰਘਰਸ਼ ਦੇ ਵਿੱਚ ਗਏ ਹੋ, ਚਾਹੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਗੱਲ ਹੋਵੇ, ਏਅਰਪੋਰਟ ਦੇ ਨਾਮ ਦੀ ਗੱਲ ਹੋਵੇ, ਆਪ ਤੁਸੀਂ ਸੰਘਰਸ਼ ਦੇ ਵਿੱਚ ਹਿੱਸਾ ਲੈ ਰਹੇ ਹੋ। ਕਿਵੇਂ ਮਹਿਸੂਸ ਹੋ ਰਿਹਾ ਹੈ ਇਹਨਾਂ ਸੰਘਰਸ਼ ਦੇ ਵਿੱਚ ਜਾ ਕੇ ਤੁਹਾਨੂੰ? ਜੀ ਜਿੱਥੇ ਆਂਦੀ ਹੈ ਸਾਡੇ ਆਪਣੇ ਹੱਕਾਂ ਵਾਸਤੇ, ਸਾਡੇ ਕਿਸਾਨੀ ਹੱਕਾਂ ਵਾਸਤੇ। ਅਸੀਂ ਕਿਸਾਨ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ ਔਰ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਇਸ ਟਾਈਮ ਤੇ ਆਪਣੇ ਕਿਸਾਨਾਂ ਵਾਸਤੇ ਆਪਣੀ ਆਵਾਜ਼ ਬੁਲੰਦ ਨਹੀਂ ਕਰਾਂਗੇ ਔਰ ਬਾਹਰ ਨਹੀਂ ਆਵਾਂਗੇ ਤੇ ਕੌਣ ਆਊਗਾ? ਔਰ ਉੱਥੇ ਸਾਡੀ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਕਿ ਅਸੀਂ ਏਸੀ ਦੇ ਕਮਰਿਆਂ ਦੇ ਵਿੱਚ ਬੈਠੇ ਹਾਂ। ਜੇ ਅੱਜ ਅਸੀਂ ਘਰ ਦੇ ਵਿੱਚ ਏਸੀ ਦੇ ਕਮਰਿਆਂ ਦੇ ਵਿੱਚ ਬੈਠੇ ਘਰ ਦੇ ਵਿੱਚ ਖਾਣਾ ਖਾ ਰਹੇ ਹਾਂ, ਸਾਨੂੰ ਫੂਡ ਸਪਲਾਈ ਹੋ ਰਿਹਾ ਹੈ, ਉਹ ਸਾਡੇ ਕਿਸਾਨਾਂ ਦੀ ਖੂਨ ਪਸੀਨੇ ਦੀ ਮਿਹਨਤ ਹੈ ਜਿਹੜੀ ਅਸੀਂ ਘਰੇ ਏਸੀਆਂ ਦੇ ਕਮਰਿਆਂ ਦੇ ਵਿੱਚ ਬੈਠ ਕੇ ਅਸੀਂ ਰਾਈਸ ਖਾ ਰਹੇ ਹਾਂ, ਅਸੀਂ ਕਿਸੇ ਵੀ ਤਰੀਕੇ ਦਾ ਦਾਲਾਂ ਖਾ ਰਹੇ ਹਾਂ। ਉਹ ਸਾਰਾ ਦਿਨ ਮਿਹਨਤ ਕਰਦੇ ਆ ਤਾਂ ਦੀ ਅਸੀਂ ਉਹ ਖਾ ਪਾਉਂਦੇ ਆ। ਤੁਹਾਨੂੰ ਇਸੇ ਕਰਕੇ ਲੋੜ ਮਹਿਸੂਸ ਹੋਈ ਕਿ ਜਿਹੜਾ ਫੂਡ ਹੈ, ਜਿਹੜਾ ਭੋਜਨ ਹੈ, ਉਹ ਸਾਡੇ ਤੱਕ ਕਿਸਾਨ ਪਹੁੰਚਾਉਂਦਾ ਹੈ। ਅਸੀਂ ਅੰਨਦਾਤਾ ਕਹਿੰਦੇ ਹਾਂ ਉਹਨੂੰ। ਅੱਜ ਅੰਨਦਾਤਾ ਨੂੰ ਲੋੜ ਹੈ, ਅੱਜ ਤੁਸੀਂ ਨਾਲ ਖੜੇ ਹੋ ਉਹਨਾਂ ਦੇ। ਜੀ ਅਸੀਂ ਬਿਲਕੁਲ ਨਾਲ ਖੜੇ ਹਾਂ ਔਰ ਐਕਚੁਅਲੀ ਮੇਰੇ ਫਾਦਰ ਸਾਹਿਬ ਨੇ ਵੀ ਸਾਰੀ ਆਪਣੀ ਜ਼ਿੰਦਗੀ ਸਰਦਾਰ ਬਲਦੇਵ ਸਿੰਘ ਮਾਨ ਨੇ ਕਿਸਾਨਾਂ ਵਾਸਤੇ ਦੇ ਦਿੱਤੀ ਸੀਗੀ, ਮਜ਼ਦੂਰਾਂ ਵਾਸਤੇ ਦੇ ਦਿੱਤੀ ਸੀਗੀ। ਉਹ ਸ਼ਹੀਦ ਹੋਏ ਸੀਗੇ ਉਹਨਾਂ ਦੇ ਹੱਕਾਂ ਦੇ ਵਿੱਚ ਲੜਦੇ। ਉਹ ਕਿਸਾਨ ਯੂਨੀਅਨ ਲੀਡਰ ਸੀਗੇ ਪੰਜਾਬ ਦੇ ਔਰ ਮੈਨੂੰ ਉਹਨਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਖਿਰ ਦੇ ਵਿੱਚ ਮੇਰੇ ਵਾਸਤੇ ਚਿੱਠੀ ਦੇ ਵਿੱਚ ਲਿਖ ਕੇ ਗਏ ਸੀਗੇ ਕਿ ਤੂੰ ਹਮੇਸ਼ਾ ਹੀ ਆਪਣੇ ਕਿਸਾਨਾਂ ਦੀ ਆਵਾਜ਼ ਬਣਨਾ ਹੈ ਔਰ ਹਮੇਸ਼ਾ ਕੋਈ ਵੀ ਸੋਸਾਇਟੀ ਦੇ ਵਿੱਚ ਇਸ਼ੂ ਜਿਹੜਾ ਹੋਵੇ ਔਰ ਜੋ ਗਲਤ ਹੋ ਰਿਹਾ ਹੋਵੇ ਉਹਦੇ ਵਾਸਤੇ ਤੂੰ ਆਵਾਜ਼ ਬਣਨਾ ਹੈ। ਸੋ ਮੈਨੂੰ ਇਹ ਲੱਗਾ ਕਿ ਇਸ ਟਾਈਮ ਤੇ ਮੈਨੂੰ ਕੀ ਸਾਡੇ ਸਾਰੇ ਪੰਜਾਬ ਦੇ ਜਿੰਨੇ ਵੀ ਕਲਾਕਾਰ ਨੇ, ਜਿੰਨਾ ਯੂਥ ਹੈ, ਸਾਨੂੰ ਸਾਰਿਆਂ ਨੂੰ ਇੱਕ ਝੰਡੇ ਥੱਲੇ ਬਾਹਰ ਨਿਕਲ ਕੇ ਵਿਦਆਊਟ ਐਨੀ ਪੋਲੀਟੀਕਲ ਏਜੰਡਾ ਸਾਨੂੰ ਕਿਸਾਨਾਂ ਵਾਸਤੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਮਹਿਤਾਬ, ਹਾਲਾਂਕਿ ਤੁਸੀਂ ਹਰਿਆਣਾ ਤੋਂ ਤੇ ਹਰਿਆਣਾ ਤੇ ਪੰਜਾਬ ਦਾ ਇਕੱਠਾ ਹੀ ਇਸ਼ੂ ਹੈ, ਕਿਉਂਕਿ ਜੇ ਹਰਿਆਣਾ ਛੋਟਾ ਭਰਾ ਹੈ ਤਾਂ ਪੰਜਾਬ ਵੱਡਾ ਭਰਾ ਹੈ। 1966 ਦੇ ਵਿੱਚ ਜਦੋਂ ਪੰਜਾਬ ਬਣਿਆ ਤੇ ਹੁਣ ਹਰਿਆਣਾ ਦੇ ਵਿੱਚ ਮਾਹੌਲ ਕੀ ਹੈ ਜਦੋਂ ਤੁਸੀਂ ਉੱਥੋਂ ਦੇ ਯੂਥ ਨਾਲ ਗੱਲ ਕਰਦੇ ਹੋ ਖਾਸ ਕਰਕੇ? ਬਿਲਕੁਲ ਜੀ। ਪਹਿਲੀ ਗੱਲ ਤਾਂ ਚਲੋ ਅਸੀਂ ਸਾਰੇ ਕਿਸਾਨ ਪਰਿਵਾਰ ਤੋਂ ਬਿਲੋਂਗ ਕਰਦੇ ਹਾਂ, ਪਿੰਡਾਂ 'ਚ ਰਹੇ ਹਾਂ ਔਰ ਪਿੰਡਾਂ 'ਚ ਹੀ ਵੱਡੇ ਹੋਏ ਹਾਂ, ਉੱਥੇ ਪੜ੍ਹੇ ਹਾਂ। ਉਸ ਤੋਂ ਬਾਅਦ ਚਲੋ ਇਹ ਪ੍ਰੋਫੈਸ਼ਨ ਸਾਡਾ ਗਾਇਕੀ ਬਣ ਗਿਆ ਤੇ ਉਹਦੇ ਲਈ ਸਾਨੂੰ ਵੀ ਹਰਿਆਣੇ ਤੋਂ ਪੰਜਾਬ ਆਉਣਾ ਪਿਆ, ਕਿਉਂਕਿ ਪੰਜਾਬ ਦੇ ਵਿੱਚ ਗਾਇਕੀ ਦਾ ਰੁਝਾਨ ਬਹੁਤ ਜ਼ਿਆਦਾ ਆ। ਸਾਡੇ ਹਰਿਆਣੇ 'ਚ ਕਬੱਡੀ ਦੀਆਂ ਖੇਡਾਂ ਜਾਂ ਇਹ ਚੀਜ਼ਾਂ ਜਿਹੜੀਆਂ ਸਾਡੇ ਸੱਭਿਆਚਾਰਕ ਮੇਲੇ ਹੁੰਦੇ ਆ ਉਹ ਬਹੁਤ ਘੱਟ ਹੁੰਦੇ ਸੀ, ਸੋ ਸਾਨੂੰ ਇੱਥੇ ਆਉਣਾ ਪਿਆ। ਸੋ ਗੱਲ ਇਹ ਆ ਕਿ ਪਹਿਲੀ ਗੱਲ ਤਾਂ ਕੋਈ ਫਰਕ ਨਹੀਂ ਹੈਗਾ, ਹਰਿਆਣਾ ਤੇ ਪੰਜਾਬ ਇੱਕੋ ਚੀਜ਼ ਆ, ਅਸੀਂ ਤਾਂ ਇੱਕੋ ਚੀਜ਼ ਸਮਝਦੇ ਆ। ਔਰ ਜਿੱਥੋਂ ਤੱਕ ਯੂਥ ਦੀ ਗੱਲ ਆ, ਔਰ ਪਿਛਲੇ 3-4 ਦਿਨਾਂ ਤੋਂ ਮੇਰੀ ਜਿੰਨੇ ਵੀ ਯੂਨੀਵਰਸਿਟੀਆਂ ਦੇ ਸਾਡੇ ਦੋਸਤ ਨੇ ਜਾਂ ਕਾਲਜਾਂ 'ਚ ਪੜ੍ਹਦੇ ਆ ਅਜੇ ਵੀ, ਉਹਨਾਂ ਨਾਲ ਜਦੋਂ ਗੱਲਬਾਤ ਚੱਲਦੀ ਆ ਉਹ ਕਹਿੰਦੇ ਆ ਵੀ ਚਲੋ ਬਾਈ ਜੀ ਤੁਸੀਂ ਰਹਿੰਦੇ ਪੰਜਾਬ 'ਚੋਂ, ਤੁਸੀਂ ਵੀ ਕਿਸੇ ਦਿਨ ਹਰਿਆਣੇ ਆਓ, ਆਪਾਂ ਇੱਥੇ ਵੀ ਰੋਸ ਕਰੀਏ। ਕਿਉਂਕਿ ਇੱਕ ਜਿਹੜਾ ਸਾਡਾ ਫੇਸ ਆ, ਅਸੀਂ ਜਦੋਂ ਸਾਹਮਣੇ ਆਵਾਂਗੇ, ਮੂਹਰੇ ਆਵਾਂਗੇ ਤਾਂ ਉਹਨਾਂ ਨੂੰ ਲੱਗਦਾ ਕਿ ਇੱਕ ਕਲਾਕਾਰ ਸੜਕ ਤੇ ਉਤਰਿਆ, ਸਾਨੂੰ ਵੀ ਉਤਰਨਾ ਚਾਹੀਦਾ। ਮੈਨੂੰ ਲੱਗਦਾ ਕਿ ਇਹਦੇ ਨਾਲ ਬਹੁਤ ਫਰਕ ਪੈਂਦਾ ਆ ਜਿਹੜਾ ਤੁਸੀਂ ਆਮ ਇੰਟਰਵਿਊਜ਼ ਦੇ ਵਿੱਚ ਕੁਐਸਚਨ ਪੁੱਛਦੇ ਹੋ। ਔਰ ਰੋਸ ਵਾਲੀ ਗੱਲ ਇਹ ਆ ਕਿ ਜਿਹੜਾ ਸਾਡਾ ਕਰਨਾਲ ਵਾਲੀ ਬੈਲਟ ਆ ਹਾਈਵੇ ਤੇ, ਉਦੋਂ ਉਹ ਬੈਠੇ ਵੀ ਸੀ ਜਿੱਦਣ ਇਹ ਪੰਜਾਬ 'ਚ ਸ਼ੁਰੂ ਹੋਇਆ, ਉਦੋਂ ਹਰਿਆਣੇ ਵਾਲੇ ਨੇ ਵੀ ਪੂਰਾ ਭਰਪੂਰ ਜ਼ੋਰ ਲਾਇਆ। ਅੰਬਾਲੇ ਤੋਂ ਕੱਲ ਸਾਡੇ ਨਾਲ ਵੀ ਟੀਮ ਆਈ ਹੋਈ ਸੀ ਜਦੋਂ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਬਾਰੇ ਗੱਲ ਕੀਤੀ, ਏਅਰਪੋਰਟ ਬਾਰੇ। ਸੋ ਜਿਹੜਾ ਹਿਸਾਰ, ਨਰਵਾਣਾ, ਸਿਰਸਾ ਜਿਹੜਾ ਉਹ ਏਰੀਆ ਆ, ਉਹਦੇ ਵਿੱਚ ਕਿਸਾਨੀ ਗੜ੍ਹ ਬਹੁਤ ਜ਼ਿਆਦਾ ਆ। ਜੇ ਦਿੱਲੀ ਤੱਕ ਜਾਣਾ ਪਿਆ ਮਹਿਤਾਬ, ਜਾਓਗੇ ਕਿ ਜਾਂ ਪ੍ਰੋਟੈਸਟ ਦਾ ਸਿਰਫ ਇਹੀ ਹੈ ਕਿ ਸੰਕੇਤਕ ਹੋ ਗਿਆ ਕਿ ਇੱਕ ਵਾਰ ਸ਼ਾਮਲ ਹੋ ਕੇ ਦੁਬਾਰਾ ਨਹੀਂ ਜਾ ਸਕਦੇ? ਬਿਲਕੁਲ ਜਾਵਾਂਗੇ ਜੀ, ਦਿੱਲੀ ਤੋਂ ਤਾਂ ਵੀ ਕਿਤੇ ਜਾਣਾ ਪਿਆ ਉੱਥੇ ਜਾਵਾਂਗੇ, ਕਿਉਂਕਿ ਸਾਡੀ ਤਾਂ ਆਪਣੇ ਹੱਕ ਦੀ ਗੱਲ ਆ, ਸਾਡੇ ਆਪਣੇ ਢਿੱਡ ਦੀ ਗੱਲ ਆ, ਸਾਡੀ ਆਪਣੀ ਰੋਜ਼ੀ ਰੋਟੀ ਦੀ ਗੱਲ ਆ। ਔਰ ਅਸੀਂ ਖੇਤੀ ਤੋਂ ਬਿਨਾਂ ਕਰਨਾ ਵੀ ਕੀ ਆ? ਜਿੰਨੇ ਸਾਡੇ ਪਰਿਵਾਰ ਨੇ, ਜਿੰਨੇ ਸਾਡੇ ਪਿੰਡਾਂ 'ਚ ਰਹਿੰਦੇ ਆ, ਚਾਹੇ ਹਰਿਆਣਾ ਚਾਹੇ ਪੰਜਾਬ ਆ, ਕਰਨੀ ਤਾਂ ਫਿਰ ਖੇਤੀ ਹੋਈ ਸਾਰਿਆਂ ਨੇ। ਪੰਜਾਬ ਦੇ ਗਾਇਕਾਂ ਤੇ ਬੜੇ ਵੱਡੇ ਇਲਜ਼ਾਮ ਲੱਗੇ ਨੇ ਪਿਛਲੇ ਸਮੇਂ ਦੇ ਵਿੱਚ ਕਿ ਇਹਨਾਂ ਨੇ ਯੂਥ ਨੂੰ ਗਲਤ ਰਾਹ ਪਾਇਆ ਹੈ, ਗੁਰਾਹੇ ਪਾਇਆ ਹੈ, ਚਾਹੇ ਨਸ਼ਿਆਂ ਦੀ ਗੱਲ, ਹਥਿਆਰਾਂ ਦੀ ਗੱਲ ਪ੍ਰਮੋਟ ਕੀਤੀ ਹੈ। ਪਰ ਅੱਜ ਥੋੜਾ ਜਿਹਾ ਸਮਾਂ ਵੱਖਰਾ ਹੈ। ਅੱਜ ਪੰਜਾਬ ਦੇ ਗਾਇਕਾਂ ਦੀ ਸ਼ਲਾਘਾ ਹੋ ਰਹੀ ਹੈ, ਸਰਾਹਨਾ ਹੋ ਰਹੀ ਹੈ ਕਿ ਹਾਂ ਪੰਜਾਬ ਦੇ ਗਾਇਕ ਅੱਜ ਸੜਕਾਂ ਤੇ ਬੈਠੇ ਨੇ ਕਿਸਾਨਾਂ ਦੇ। ਜੀ ਬੜੀ ਚੰਗੀ ਗੱਲ ਹੈ ਜੀ ਕਿ ਸਾਰੇ
ਮਾੜੇ ਨਹੀਂ ਹੁੰਦੇ, ਕੋਈ ਕੋਈ ਚਲੋ ਟਾਵਾਂ ਜੇ ਕੋਈ ਕਰਦਾ ਵੀ ਹੈ ਤੇ ਉਹਦਾ ਇੱਕ ਸਟਾਈਲ ਹੋ ਜਾਂਦਾ ਆਪਣਾ ਕਿ ਚਲੋ ਮੈਂ ਇਦਾਂ ਦੇ ਗੀਤ ਗਾਉਣਾ। ਅਸੀਂ ਇਹ ਚੀਜ਼ਾਂ ਨੂੰ ਮੰਨਦੇ। ਮੋਸਟਲੀ ਤੁਸੀਂ ਇੰਟਰਵਿਊਜ਼ 'ਚ ਪੁੱਛਦੇ ਹੋ ਬਾਈ ਹਥਿਆਰਾਂ ਵਾਲੀ ਚੀਜ਼ੇ ਗਾਣੇ ਬੜੇ ਆ ਗਏ, ਨਸ਼ਿਆਂ ਦੇ ਬੜੇ ਗਾਣੇ ਆ ਗਏ, ਪਰ ਜਦੋਂ ਤੁਸੀਂ ਸਾਡੇ ਗਾਣੇ ਸੁਣੋ, ਸਾਡੇ ਗੀਤ ਸੁਣੋ ਜਾਂ ਸਤਿੰਦਰ ਸਰਤਾਜ ਜੀ ਦੇ ਗੀਤ ਸੁਣੋ ਜਾਂ ਜਿੱਦਾਂ ਬੱਬੂ ਮਾਨ ਸਾਹਿਬ ਵੀ ਆਪਣੇ ਹੱਕਾਂ ਦੀ ਗੱਲ ਕਰਦੇ ਆ, ਕਿਸਾਨਾਂ ਦੀ ਉਹਨਾਂ ਨੇ ਹਮੇਸ਼ਾ ਕੀਤੀ ਹੋਈ ਆ। ਹੋਰ ਵੀ ਬੜੇ ਕਲਾਕਾਰ ਰਹੇ ਜਿਹੜੇ ਚੰਗਾ ਕੰਮ ਕਰਦੇ ਆ। ਐਮੀ ਵਿਰਕ ਹੁਣ ਜਿੱਦਾਂ ਲੋਕਡਾਊਨ ਦੇ ਵਿੱਚ ਅਸੀਂ ਸਾਰੇ ਭਰਾ ਰਲ ਕੇ ਲੋਕਡਾਊਨ ਦੇ ਵਿੱਚ ਜਿੰਨਾ ਅਸੀਂ ਕਰ ਸਕਦੇ ਸਾਰਿਆਂ ਨੇ ਕੀਤਾ, ਜਿੰਨਾ ਅਸੀਂ ਰਾਸ਼ਨ ਪਹੁੰਚਾ ਸਕਦੇ ਸੀ ਜਾਂ ਜਿੰਨਾ ਵੀ ਅਸੀਂ ਆਪਣੇ ਕਿਸੇ ਛੋਟੇ ਗਰੀਬ ਗੁਣਬੇ ਦੀ ਕਰ ਸਕਦੇ ਸੀ ਸਹਾਇਤਾ ਅਸੀਂ ਕੀਤੀ। ਸੋ ਠੀਕ ਹੈ, ਆਪੋ ਆਪਣਾ ਸਾਰਿਆਂ ਦਾ ਕੀਤਾ ਹੈ, ਸਾਰਿਆਂ ਦਾ ਆਪੋ ਆਪਣਾ ਸਟਾਈਲ ਆ ਜੇ ਕੋਈ ਕਰ ਰਿਹਾ। ਪਰ ਅੱਜ ਲਈ ਸਾਨੂੰ ਮਾਣ ਵਾਲੀ ਮਹਿਸੂਸ ਇਹ ਗੱਲ ਸਾਨੂੰ ਲੱਗਦੀ ਆ ਵੀ ਜਦੋਂ ਅੱਜ ਲੋੜ ਪਈ ਆ ਕਿਸਾਨਾਂ ਨੂੰ ਤਾਂ ਸਾਰੇ ਕਲਾਕਾਰ ਸੜਕਾਂ ਤੇ ਆ। ਕੋਈ ਹੋਊਗਾ ਟਾਵਾਂ ਜਿਹੜਾ ਨਹੀਂ ਆਇਆ, ਉਹ ਵੀ ਚਲੋ ਉਹਦੀ ਮਜਬੂਰੀ ਹੋਊਗੀ, ਉਹ ਸ਼ਾਇਦ ਹੋ ਸਕਦਾ ਆਪਣੇ ਘਰੇ ਬਹਿ ਕੇ ਜ਼ੋਰ ਲਾਉਂਦਾ ਹੋਊਗਾ, ਅਸੀਂ ਨਹੀਂ ਕਹਿੰਦੇ ਨਹੀਂ ਲਾ ਰਿਹਾ। ਸੋ ਤੁਸੀਂ ਦੇਖ ਰਹੇ ਹੋ ਹਰ ਰੋਜ਼ ਇੰਸਟਾਗ੍ਰਾਮ ਤੇ ਤੁਸੀਂ ਦੇਖਦੇ ਹੋ, ਸੋਸ਼ਲ ਤੇ ਸਾਰੇ ਕਲਾਕਾਰ ਆਪਣਾ ਆਪਣਾ ਜ਼ੋਰ ਲਾ ਰਹੇ ਆ। ਸੁਣਿਆ ਜੀ ਇੱਕ ਸਵਾਲ ਸੀਗਾ ਕਿ ਯੂਥ ਹੈ ਜਿਹੜਾ ਉਹ ਫੋਲੋ ਕਰਦਾ ਪੰਜਾਬ ਦੇ ਸਿੰਗਰਸ ਨੂੰ, ਮਾਡਲਸ ਨੂੰ, ਤੁਹਾਨੂੰ ਫੋਲੋ ਕਰਦਾ ਸਾਰਿਆਂ ਨੂੰ ਤੇ ਤੁਹਾਨੂੰ ਆਈਕਨ ਵੀ ਮੰਨਦਾ ਉਹ। ਤੇ ਹੁਣ ਜਦੋਂ ਤੁਸੀਂ ਆਪ ਸੜਕਾਂ ਤੇ ਉਤਰ ਰਹੇ ਹੋ, ਚਾਹੇ ਇੰਸਟਾ ਦੇ ਥਰੂ ਜਾਂ ਸੋਸ਼ਲ ਮੀਡੀਆ ਦੇ ਥਰੂ ਇੱਕ ਅਪੀਲ ਕਰਦੇ ਹੋ, ਤਾਂ ਉਹਦਾ ਅਸਰ ਹੁੰਦਾ? ਹਾਂਜੀ, ਬਿਲਕੁਲ ਅਸਰ ਹੁੰਦਾ ਹੈ ਕਿਉਂਕਿ ਮੈਨੂੰ ਲੱਗਦਾ ਹੈ ਕੁਝ ਹੱਦ ਤੱਕ ਯੂਥ ਨੂੰ ਸਾਡੇ ਬਿੱਲ ਦੀ ਜਾਣਕਾਰੀ ਨਹੀਂ ਹੈ। ਜਿਵੇਂ ਕਿ ਮੈਂ ਖੁਦ ਦੀ ਐਗਜ਼ਾਮਪਲ ਲੈਣੀ ਹੈ, ਜਦੋਂ ਇਹ ਕਿਸਾਨਾਂ ਦਾ ਮੁੱਦਾ ਸਟਾਰਟ ਹੋਇਆ ਸੀਗਾ, ਆਪਾਂ ਹਰ ਕੋਈ ਇਨਸਾਨ ਆਪੋ ਆਪਣੇ ਕਿੱਤੇ ਦੇ ਵਿੱਚ ਇੰਨਾ ਕੁ ਜ਼ਿਆਦਾ ਬਿਜ਼ੀ ਰਹਿੰਦਾ ਹੈ ਕਿ ਉਹਨੂੰ ਹਰ ਇੱਕ ਦੇ ਕਿੱਤੇ ਦੀ ਨੌਲੇਜ ਨਹੀਂ ਹੁੰਦੀ। ਮੈਨੂੰ ਵੀ ਇਸ ਬਿੱਲ ਬਾਰੇ ਨੌਲੇਜ ਨਹੀਂ ਸੀਗੀ, ਮੈਂ ਸੱਚ ਕਹਿੰਦੀ ਹਾਂ। ਬਾਅਦ ਦੇ ਵਿੱਚ ਮੈਂ ਇਸ ਬਿੱਲ ਬਾਰੇ ਡੀਪਲੀ ਸਟੱਡੀ ਕੀਤਾ, ਬਿਕਾਜ਼ ਜਦੋਂ ਅਸੀਂ ਬਿੱਲ ਕਿਸੇ ਵੀ ਚੀਜ਼ ਦੀ ਡੂੰਘਾਈ ਦੇ ਵਿੱਚ ਜਾਂਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਇਹਦੇ ਪਲੱਸ ਪੁਆਇੰਟਸ ਕੀ ਹੈ, ਇਹਦੇ ਨੈਗੇਟਿਵ ਪੁਆਇੰਟਸ ਕੀ ਹੈ। ਕਿਉਂਕਿ ਜਦੋਂ ਸਭ ਤੋਂ ਪਹਿਲਾਂ ਤੇ ਮੇਰੇ ਸਾਹਮਣੇ ਇਹਦੇ ਸਾਰੇ ਪੋਜ਼ਿਟਿਵ ਪੁਆਇੰਟਸ ਆਏ ਸੀਗੇ ਔਰ ਮੈਨੂੰ ਵੀ ਇਹ ਲੱਗਦਾ ਸੀਗਾ ਕਿ ਇਸ ਬਿੱਲ ਦੇ ਵਿੱਚ ਇਹ ਜੀ ਕਿਹੜੀ ਖਰਾਬੀ ਹੈ। ਫਿਰ ਮੇਰੇ ਨੈਗੇਟਿਵ ਪੁਆਇੰਟਸ ਦੇਖੇ ਜਿਹੜੇ ਕਿ ਪ੍ਰਾਈਵੇਟਾਈਜੇਸ਼ਨ ਆਈ ਬਿਲੀਵ ਕਿ ਆਉਣ ਵਾਲੇ ਟਾਈਮ ਤੇ ਸਾਡੇ ਕਿਸਾਨਾਂ ਵਾਸਤੇ ਬਿਲਕੁਲ ਸਹੀ ਨਹੀਂਗਾ, ਕਿਉਂਕਿ ਸਾਡੇ ਇਸ ਬਿੱਲ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੈ ਜਿਹਦੇ ਵਿੱਚ ਕਿਸਾਨ ਕੋਰਟ ਦੇ ਵਿੱਚ ਨਹੀਂ ਜਾ ਸਕਦੇ, ਕਿਸਾਨ ਆਪਣੀ ਜ਼ਮੀਨ ਦੇ ਉੱਤੇ ਲੋਨ ਨਹੀਂ ਲੈ ਸਕਦੇ। ਤੁਸੀਂ ਸੋਚੋ, ਅਸੀਂ ਕਿਸਾਨ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ, ਜਿਹੜਾ ਮਿਡਲ ਕਲਾਸ ਕਿਸਾਨ ਆ, ਬਹੁਤ ਵੱਡੇ 100 ਏਕੜ ਵਾਲੇ 50 ਏਕੜ ਵਾਲੇ ਲੋਕੀ ਤੇ ਚਲੋ ਇਹਨਾਂ ਦੇ ਨਾਲ ਕੰਟਰੈਕਟ ਕਰਕੇ ਮੱਥਾ ਮਾਰ ਲੈਣਗੇ। ਜਿਨ੍ਹਾਂ ਦੀ ਜ਼ਮੀਨਾਂ 2.5 ਕਿੱਲੇ ਹੈ, 3-3 ਕਿੱਲੇ ਆ, ਉਹ ਕਿੱਥੇ ਇਹਨਾਂ ਲੋਕਾਂ ਦੇ ਨਾਲ ਮੱਥਾ ਮਾਰਨਗੇ, ਕਿੱਥੇ ਜਾਣਗੇ ਜਿੱਥੇ ਕਿ ਇਹਨਾਂ ਨੇ ਕੋਰਟ ਕਚਹਿਰੀ ਦੀ ਵੀ ਕੋਈ ਟਰਮ ਐਂਡ ਕੰਡੀਸ਼ਨ ਨਹੀਂ ਰੱਖੀ, ਸਿਰਫ ਡੀਸੀ ਤੱਕ ਦੀ ਰੱਖੀ ਹੈ ਤੁਹਾਡੇ ਸ਼ਹਿਰ ਦੇ ਵਿੱਚ। ਇਹ ਅੰਬਾਨੀਆਂ ਦੇ ਨਾਲ ਸਾਡੇ ਛੋਟੇ ਕਿਸਾਨ ਕਿੱਥੇ ਜਾ ਕੇ ਲੜ ਲੈਣਗੇ। ਔਰ ਜਦੋਂ ਇਹ ਕੰਟਰੈਕਟ ਹੀ ਤੁਹਾਡੇ ਨਾਲ 5 ਸਾਲਾਂ ਦਾ ਕਰਨਗੇ ਜਾਂ 10 ਸਾਲਾਂ ਦਾ ਕੰਟਰੈਕਟ ਕਰਨਗੇ, ਉਤੋਂ ਤੁਹਾਨੂੰ ਮੈਂ ਸੁਣਿਆ ਵੀ ਜੇ ਆਪਾਂ ਨੂੰ ਜਿਵੇਂ ਪਤਾ ਹੀ ਹੈ ਕਿ 50,000 ਦੇ ਠੇਕਾ ਮਿਲਦਾ ਹੈ, ਆਪਾਂ ਨੂੰ ਲੱਖ ਰੁਪਏ ਆਫਰ ਕਰਨਗੇ ਤੇ ਕਹਿਣਗੇ ਕਿ 10% ਅਸੀਂ ਇੰਕਰੀਜ਼ ਕਰਦੇ ਹਾਂ ਹਰ ਸਾਲ। ਪਰ ਜੇ 10% ਇੰਕਰੀਜ਼ ਕਰਦੇ, ਕੱਲ ਨੂੰ ਜੇ ਸਾਡੀ ਫਸਲ ਨਹੀਂ ਹੋਈ, ਇਹੀ ਲੋਕੀ ਸਾਨੂੰ ਇਹ ਕਹਿਣਗੇ ਵੀ ਅਸੀਂ ਤੁਹਾਨੂੰ ਤੀਜਾ ਹਿੱਸਾ ਦਿੰਨੇ ਆ। ਤੇ ਉੱਥੇ ਕਿਸਾਨ ਦੀ ਜਿਹੜੀ ਸੋਰਸ ਆਫ ਇਨਕਮ ਹੀ ਇਹ ਹੈ, ਆਪਣੇ ਘਰਦਿਆਂ ਨੂੰ ਪਾਲਣ ਦੀ, ਆਪਣੇ ਬੱਚਿਆਂ ਦੇ ਵਿਆਹ ਇੱਥੋਂ ਕਰਨੇ ਆ। ਅੱਜ ਤੇ ਆਪਾਂ ਆਪਣੀ ਜ਼ਮੀਨ ਦੇ ਉੱਤੇ ਲਿਮਿਟ ਕਰਵਾ ਲੈਨੇ ਆ, ਲਿਮਿਟ ਦੇ ਨਾਲ ਸਾਨੂੰ ਬਹੁਤ ਘੱਟ ਰੇਟ ਆਫ ਇੰਟਰਸਟ ਤੇ ਸਾਨੂੰ ਪੈਸੇ ਮਿਲ ਜਾਂਦੇ ਆ, ਜਾਂ ਆਪਾਂ ਆਰਟੀ ਦੇ ਕੋਲ ਚਲੇ ਜਾਂਦੇ ਆ। ਫਿਰ ਅਸੀਂ ਕੀ ਕਰਾਂਗੇ? ਫਿਰ ਕਿਸਾਨ ਨੂੰ ਮਾਰਨ ਵਾਲੀ ਗੱਲ ਹੈ। ਮਤਲਬ ਇਹ ਤੁਹਾਨੂੰ ਲੱਗਦਾ ਕਿ ਸ਼ੁਰੂ ਦੇ ਵਿੱਚ ਲਾਲਚ ਚ ਵੀ ਆ ਸਕਦੇ ਨੇ ਕੁਝ ਕਿਸਾਨ, ਵੱਧ ਪੈਸੇ ਵੀ ਦੇ ਸਕਦੇ ਨੇ, ਜਿਹੜੇ ਪ੍ਰਾਈਵੇਟ ਘਰਾਣੇ ਨੇ, ਕਾਰਪੋਰੇਟ ਘਰਾਣੇ ਨੇ, ਉਹਨਾਂ ਦੀ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਜੀ। ਅਸੀਂ ਇਹੀ ਗੱਲ ਕਿਸਾਨਾਂ ਨੂੰ, ਜਿਨ੍ਹਾਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ, ਜਾਂ ਯੂਥ ਨੂੰ ਜਿਹੜੀ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ, ਆਫ ਕੋਰਸ ਜੇ ਸਾਨੂੰ 50,000 ਠੇਕਾ ਆਉਂਦਾ ਆ, ਸਾਡੇ ਵਰਗੇ ਜਿਹੜੇ ਸ਼ਹਿਰ ਦੇ ਵਿੱਚ ਬੈਠੇ ਆ, ਸਾਡੀ ਜ਼ਮੀਨ ਪਿੰਡ ਦੇ ਵਿੱਚ ਹੈ, ਉਹ ਠੇਕੇ ਤੇ ਦੇਣ ਵਾਸਤੇ ਅਸੀਂ ਕਹਾਂਗੇ ਚਲੋ ਠੀਕ ਹੈ 1 ਲੱਖ ਰੁਪਇਆ ਮਹੀਨਾ ਮਤਲਬ ਉਹਦਾ 1 ਏਕੜ ਦਾ ਆਂਦਾ ਪਿਆ, ਸਾਨੂੰ ਕੀ ਅਸੀਂ ਦੇ ਦਈਏ, ਹਨਾ। ਆਪਾਂ 10 ਕਿੱਲੇ ਜ਼ਮੀਨ ਦੇਤੀ, ਆਪਾਂ ਕਹਿਣਾ ਸਾਨੂੰ ਇਕੱਠੇ ਪੈਸੇ ਆ ਰਹੇ ਹਨਾ, ਮਹਿਤਾਬ ਤੇ ਆਪਾਂ ਦੇ ਦਿੰਦੇ ਆ। ਬਟ ਇਹਦਾ ਜਿਹੜਾ ਆਉਣ ਵਾਲਾ ਨੁਕਸਾਨ ਆ, ਆਉਣ ਵਾਲੇ ਟਾਈਮ ਤੇ ਜਿਹੜਾ 10% ਇੰਕਰੀਜ਼ ਆਪਾਂ ਕਹਿੰਦੇ ਚਲੋ ਪਲੱਸ ਪੁਆਇੰਟ ਹੈ, ਬਟ ਜਦੋਂ ਆਉਣ ਵਾਲੇ ਟਾਈਮ ਤੇ ਕਹਿਣਗੇ ਵੀ ਤੁਹਾਡੀ ਫਸਲ ਨਹੀਂ ਹੋਈ, ਸਾਨੂੰ ਨੁਕਸਾਨ ਹੋ ਰਿਹਾ ਹੈ, ਅਸੀਂ ਤੁਹਾਨੂੰ ਤੀਜਾ ਹਿੱਸਾ ਦੇਵਾਂਗੇ, ਆਪਾਂ ਉਸ ਟਾਈਮ ਤੇ ਕਿਸਾਨ ਨਾ ਕੰਟਰੈਕਟ ਤੋੜ ਸਕਦਾ ਹੈ, ਇਹੀ ਜੀ ਟਰਮ ਐਂਡ ਕੰਡੀਸ਼ਨ ਹੈ, ਨਾ ਕੋਰਟ 'ਚ ਜਾ ਸਕਦਾ ਹੈ। ਮੈਨੂੰ ਇਹ ਦੱਸੋ, ਕਿਸਾਨ ਜਾਊਗਾ ਪੁਲਿਸ ਥਾਣੇ ਜਾਊਗਾ, ਸਭ ਤੋਂ ਪਹਿਲਾਂ ਭੱਜੂਗਾ, ਜਾਂ ਫਿਰ ਜਾਊਗਾ ਡੀਸੀ ਦੇ ਕੋਲ ਜਾਊਗਾ, ਹਨਾ, ਤੇ ਉਸ ਤੋਂ ਉਹ ਸਾਡੀ ਸੁਣੂਗਾ। ਪਰ ਭਾਜਪਾ ਕੇਂਦਰ ਸਰਕਾਰ ਵਾਰ-ਵਾਰ ਕਹਿ ਰਹੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਨੇ, ਨਰਿੰਦਰ ਸਿੰਘ ਤੋਮਰ ਕਹਿ ਰਹੇ ਨੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਇਹ ਕਾਨੂੰਨ। ਦੇਖੋ, ਕਿਸਾਨਾਂ ਦੇ ਹੱਕ 'ਚ ਤੁਸੀਂ ਆਪ, ਮੈਂ ਤੁਹਾਨੂੰ ਪੁਆਇੰਟ ਜਿਤਾਤੇ ਆ, ਕਿਸਾਨਾਂ ਦੇ ਕਿੱਥੋਂ ਹੱਕ ਦੇ ਵਿੱਚ ਹੈ? ਅੱਜ ਅਸੀਂ ਜਾਣਦੇ ਆ,
ਅਸੀਂ 5 ਕਿੱਲੇ ਜ਼ਮੀਨ ਵਾਲਾ ਕਿਸਾਨ ਆ, ਜਾ ਕੇ ਕੱਲ ਨੂੰ ਇਹੋ ਜਿਹੀ ਕੋਈ ਗੱਲ ਹੋ ਜਾਂਦੀ ਹੈ, ਜਾ ਕੇ ਪੁਲਿਸ ਥਾਣੇ ਰਿਪੋਰਟ ਲਗਾਉਂਦਾ, ਪੁਲਿਸ ਥਾਣੇ ਵਾਲਾ ਕਹਿੰਦਾ ਸਾਡੇ ਹੱਥ 'ਚ ਨਹੀਂ ਹੈਗਾ ਵੀ ਤੁਸੀਂ ਉੱਥੇ ਡੀਸੀ ਕੋ ਜਾਓ, ਉੱਥੇ ਅੰਬਾਨੀ ਥੋੜਾ ਨਾ ਆਊਗਾ, ਉਹ ਅੰਬਾਨੀਆਂ ਦੀ ਸੁਣੂਗਾ ਕਿ ਉਹ ਸਾਡੇ ਕਿਸਾਨਾਂ ਦੀ ਸੁਣੂਗਾ। ਸੋ ਸਾਡੇ ਕਿਸਾਨਾਂ ਦੇ ਕੋਲ ਜਿੱਥੇ ਫਿਰ ਕਿਸਾਨ ਕਹੂਗਾ ਮੈਂ ਕੋਰਟ 'ਚ ਜਾ ਕੇ ਲੜ ਲੈਣਾ, ਜਦੋਂ ਕੋਰਟ ਦੇ ਵੀ ਅਧਿਕਾਰ ਨਹੀਂ ਇਹਨਾਂ ਨੇ ਦਿੱਤੇ ਹੈ, ਕੁਝ ਨਹੀਂ ਦਿੱਤਾ ਹੈ, ਫਿਰ ਕਹਿੰਦੇ ਵੀ ਆਪਾਂ MSP ਫਿਕਸ ਕਰਾਂਗੇ, MSP ਵੀ ਇਹਨਾਂ ਨੇ ਅਮੈਂਡਮੈਂਟ ਨਹੀਂ ਕੀਤੀ। ਨਾਲੇ ਸਭ ਤੋਂ ਵੱਡੀ ਗੱਲ ਸਰ ਇਹ ਹੈ ਵੀ ਜਦੋਂ ਪਾਰਲੀਮੈਂਟ ਦੇ ਵਿੱਚ ਇਹ ਜਿਹਾ ਕੋਈ ਵੀ ਬਿੱਲ ਪਾਸ ਹੁੰਦਾ ਹੈ, ਉਸ ਬਿੱਲ ਦੀ ਇੰਨੀ ਐਮਰਜੈਂਸੀ ਕਾਦੀ ਸੀਗੀ ਕਿ ਐਡੀ ਛੇਤੀ ਇਹ ਬਿੱਲ ਪਾਸ ਕਰ ਦਿੱਤਾ ਗਿਆ? ਕਿਉਂ ਹਰ ਕੋਈ ਬਿੱਲ ਜਿਹੜਾ ਇੰਨਾ ਇੰਪੋਰਟੈਂਟ ਆ ਕਿਸਾਨਾਂ ਵਾਸਤੇ ਉਹ ਸਪੈਸ਼ਲ ਕਮੇਟੀ ਦੇ ਥਰੂ ਜਾਂਦਾ ਹੈ। ਵੈਸੇ ਵੀ ਲੋਕਡਾਊਨ 'ਚ ਹੀ ਆ ਗਿਆ ਸਾਰਾ ਕੁਝ। ਹਾਂਜੀ, ਜਦੋਂ ਤੋਂ ਸਾਰਾ ਕੁਝ ਬੰਦ ਸੀਗਾ ਉਹਦੇ ਵਿੱਚ ਹੀ ਆ ਗਿਆ ਸਭ। ਇਹ ਸਪੈਸ਼ਲ ਕਮੇਟੀ ਦੇ ਕੋਲ ਜਾਣਾ ਚਾਹੀਦਾ ਸੀਗਾ, ਉੱਥੇ ਕਿਸਾਨਾਂ ਦੇ ਮੋਹਤਬਾਰ ਬੰਦੇ ਬੈਠਦੇ ਡਿਸਾਈਡ ਕਰਦੇ। ਠੀਕ ਹੈ, ਇਹ ਤੁਹਾਨੂੰ ਲੱਗਦਾ ਕਿ ਹੋਰ ਅਵੇਅਰਨੈਸ ਦੀ ਲੋੜ ਹੈਗੀ ਹੈ? ਹਾਲੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਇਸ ਬਿੱਲ ਦੀਆਂ ਖਾਮੀਆਂ ਨੇ ਜਾਂ ਇਸ ਬਿੱਲ ਦੇ ਨੁਕਸਾਨ ਨੇ ਉਹ ਬਹੁਤੇ ਪਤਾ ਨਹੀਂ ਹੈਗੇ। ਜੀ ਮੈਂ ਉਹੀ ਤੁਹਾਨੂੰ ਕਿਹਾ ਵੀ ਜਿਵੇਂ ਮੈਨੂੰ ਵੀ ਨਹੀਂ ਪਤਾ ਸੀਗਾ, ਮਹਿਤਾਬ ਨੂੰ ਵੀ ਨਹੀਂ ਪਤਾ, ਸਾਨੂੰ ਕਿਉਂਕਿ ਅਸੀਂ ਆਪਣੇ ਕੰਮ ਦੇ ਵਿੱਚ ਇੰਨੇ ਕੁ ਜ਼ਿਆਦਾ ਬਿਜ਼ੀ ਆ ਵੀ ਸਾਨੂੰ ਨਹੀਂ ਪਤਾ ਸੀਗਾ। ਹੁਣ ਜਦੋਂ ਅਸੀਂ ਇਸ ਚੀਜ਼ ਦੇ ਵਿੱਚ ਉਤਰੇ ਆ ਕਿ ਸਾਨੂੰ ਇਸ ਚੀਜ਼ ਦੀ ਪੂਰੀ ਨੌਲੇਜ ਹੋਣੀ ਚਾਹੀਦੀ ਠੀਕ ਹੈ। ਇੱਕ ਨਾਲ ਹੀ ਇਹਦੇ ਵਿੱਚ ਸਵਾਲ ਆ ਰਿਹਾ ਕਿ ਕਲਾਕਾਰ ਜਾਂਦੇ ਨੇ ਤੇ ਪੰਜਾਬ ਦਾ ਯੂਥ ਉੱਥੇ ਆਉਂਦਾ ਵੀ ਹੈ, ਇਕੱਠ ਵੀ ਹੋ ਜਾਂਦਾ, ਪਰ ਜਿਹੜਾ ਯੂਥ ਹੈ ਉਹ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਨਹੀਂ ਆ ਰਿਹਾ, ਉਹ ਸੈਲਫੀਆਂ ਲੈਣ ਆ ਰਿਹਾ। ਇਹ ਤਾਂ ਡਿਪੈਂਡ ਕਰਦਾ ਸੀ ਯੂਥ ਦੇ ਉੱਤੇ ਵੀ ਉਹਨਾਂ ਨੇ ਕੀ ਸੋਚ ਕੇ ਆਉਣਾ ਆ। ਅਸੀਂ ਜਦੋਂ ਘਰੋਂ ਤਿਆਰ ਹੁੰਨੇ ਆ ਤੇ ਅਸੀਂ ਅੱਜ ਸੋਚਦੇ ਆ ਧਰਨੇ ਤੇ ਜਾਣਾ, ਅਸੀਂ ਉੱਥੇ ਸ਼ੋਅ ਲਾਣ ਤਾਂ ਨਹੀਂ ਚੱਲੇ, ਨਾ ਹੀ ਕੋਈ ਪ੍ਰੋਗਰਾਮ ਲਾਣ ਚੱਲੇ ਆ, ਨਾ ਅਸੀਂ ਕਿਸੇ ਨੂੰ, ਅਸੀਂ ਤਾਂ ਸਿਰਫ ਆਪਣਾ ਅਸੀਂ ਮਨੋਰੰਜਨ ਕਰਨ ਤਾਂ ਜਾ ਹੀ ਨਹੀਂ ਰਹੇ, ਐਂਟਰਟੇਨ ਨਹੀਂ ਕਰਨ ਜਾ ਰਹੇ, ਅਸੀਂ ਤਾਂ ਆਪਣੇ ਹੱਕ ਦੀ ਗੱਲ ਕਰਨ ਜਾ ਰਹੇ ਆ ਉਹਨਾਂ ਦੇ ਨਾਲ। ਅਸੀਂ ਆਮ ਇਨਸਾਨ ਬਣ ਕੇ ਜਾ ਰਹੇ ਆ, ਹੈਗੇ ਆਮ ਇਨਸਾਨ ਹੀ ਆ ਸਾਰੇ ਯਾਰ। ਉਹ ਤਾਂ ਚਲੋ ਇੱਕ ਪ੍ਰੋਫੈਸ਼ਨ ਅਲੱਗ ਚੀਜ਼ ਆ ਕਿ ਤੁਸੀਂ ਕਲਾਕਾਰ ਹੋ, ਤੁਸੀਂ ਐਕਟਰ ਹੋ, ਤੁਸੀਂ ਪ੍ਰੋਡਿਊਸਰ ਹੋ, ਡਾਇਰੈਕਟਰ ਹੋ, ਉਹ ਵੱਖਰੀ ਚੀਜ਼ ਆ। ਇਹ ਜਿਹੜਾ ਟਾਈਮ ਹੈ ਇਹਦੇ ਵਿੱਚ ਹਰ ਇੱਕ ਬੰਦਾ ਇਹ ਸੋਚਦਾ ਯਾਰ ਮੈਂ ਵੀ ਇੱਕ ਕਿਸਾਨ ਆ, ਮੈਂ ਵੀ ਇੱਕ ਖੇਤੀਬਾੜੀ ਵਾਲਾ ਬੰਦਾ, ਮੇਰੀ ਰੋਜ਼ੀ ਰੋਟੀ ਤੋਂ ਚੱਲਦੀ ਆ, ਮੈਂ ਵੀ ਜਾ ਕੇ ਨਾਰੇ ਲਾਵਾਂ। ਕਿਉਂਕਿ ਮਹਿਤਾਬ ਜੀ ਜਿਹੜੀਆਂ CID ਰਿਪੋਰਟਸ ਨੇ ਉਹ ਸੈਂਟਰ ਤੱਕ ਵੀ ਪਹੁੰਚਦੀਆਂ ਨੇ, ਉਹਨਾਂ ਨੂੰ ਪਤਾ ਹੈ ਕਿ ਕਿੱਥੇ ਕਿੰਨਾ ਘੱਟ ਹੋਇਆ, ਜੇ 1000 ਬੰਦਾ ਆਇਆ ਕਿ 2000 ਆਇਆ, ਉਹਦੇ ਵਿੱਚੋਂ ਕਿਵੇਂ ਦੇ ਲੋਕ ਆਏ ਨੇ, ਉੱਥੋਂ ਦਾ ਜਿਹੜਾ ਏਜੰਡਾ ਹੈ ਉੱਥੇ ਦੇ ਇਕੱਠ ਦਾ ਉਹ ਕੀ ਹੈ। ਜਿਹੜੀ ਰਿਪੋਰਟ ਸੈਂਟਰ ਤੱਕ ਜਾਣੀ ਹੈ, CID ਦੀ ਜਾਣੀ ਹੈ, ਹੋਰ ਏਜੰਸੀਆਂ ਦੀ ਜਾਣੀ ਹੈ, ਉਹਨੇ ਤੈਅ ਕਰਨਾ ਕਿ ਕਿੰਨਾ ਕੁ ਸੈਂਟਰ ਦੀ ਸਰਕਾਰ ਤੇ ਆਪਣੇ ਧਰਨਿਆਂ ਦਾ ਅਸਰ ਹੋਣਾ। ਵੀਰ ਮੈਂ ਤਾਂ ਉਦੋਂ ਤੁਹਾਨੂੰ ਦੱਸਦਾ, ਪਿੱਛੇ ਜੀ 4-5 ਦਿਨ ਇੱਥੇ ਕਲਾਕਾਰਾਂ ਨੇ ਸਿੰਘ ਸ਼ਹੀਦਾਂ ਅੱਗੇ ਵੀ ਕੀਤਾ ਸੀਗਾ, ਆਪਣੇ ਪੰਜਾਬ ਦੇ ਕਲਾਕਾਰ ਸੀ 4-5 ਜਣੇ, ਉਹਨਾਂ ਨੇ ਲਿਖ ਕੇ ਪਾਇਆ ਬਕਾਇਦਾ ਕਿ ਵੀਰ ਕੋਈ ਸੈਲਫੀ ਜਿੰਨੇ ਖਿਚਾਉਣ ਆਉਣਾ ਉਹ ਨਾ ਹੀ ਆਇਆ ਜੇ, ਉਹ ਤੁਸੀਂ ਆਪਣੇ ਘਰੇ ਰਹੋ। ਜਿੰਨੇ ਸਾਡੇ ਨਾਲ ਰੋਸ ਪ੍ਰਗਟ ਕਰਨਾ ਵੀ ਅਸੀਂ ਦੁਖੀ ਆ ਯਾਰ ਵੀ ਸਾਡਾ ਕਿਸਾਨ ਮਰ ਰਿਹਾ, ਸਾਡੇ ਹੱਕ ਸਾਡੇ ਤੋਂ ਖੋਏ ਜਾ ਰਹੇ ਆ, ਤੁਸੀਂ ਜੇ ਉਹ ਗੱਲ ਕਰਨੀ ਹੱਕ ਦੀ ਫਿਰ ਤੁਸੀਂ ਆਓ, ਕਿਉਂਕਿ ਅਗਲਾ ਵੀ ਉਹੀ ਗੱਲ ਕਰਨ ਆ ਰਿਹਾ। ਸੋਨੀਆ ਜੀ, ਜਦੋਂ ਕਿਤੇ ਪ੍ਰੋਟੈਸਟ ਹੁੰਦੇ ਨੇ ਤਾਂ ਬੈਰੀਕੇਡ ਲਾਉਂਦੀ ਹੈ, ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਹੋਇਆ, ਅੰਬਾਲਾ ਨਹੀਂ ਟੱਪਣ ਦੇ ਰਹੇ ਆਪਾਂ ਨੂੰ, ਪਾਣੀ ਦੀਆਂ ਵਿਛਾੜਾਂ, ਵਾਟਰ ਕੈਨਨ ਦਾ ਇਸਤੇਮਾਲ, ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ। ਸਭ ਕਾਸੇ ਦੇ ਲਈ ਤਿਆਰ ਹੋ, ਕਿਉਂਕਿ ਇਹ ਜਿਹੜੀ ਲੜਾਈ ਹੈ ਇੰਨੀ ਸੌਖੀ ਨਹੀਂ, ਲੜਨੀ ਪੈਣੀ ਹੈ। ਦੇਖੋ ਜੀ, ਜੇ ਆਪਾਂ ਇਹ ਸਾਰੀਆਂ ਚੀਜ਼ਾਂ ਤੋਂ ਡਰ ਗਏ ਔਰ ਜੇ ਆਪਾਂ ਇਹ ਸੋਚਦੇ ਹਾਂ ਵੀ ਹਾਂ ਆਪਾਂ ਇਹ ਸਾਰੀਆਂ ਚੀਜ਼ਾਂ ਤੋਂ ਡਰਦੇ ਹਾਂ ਔਰ ਜਾਂ ਫਿਰ ਪੁਲਿਸ ਦੇ ਡੰਡਿਆਂ ਤੋਂ ਡਰਦੇ ਹਾਂ ਜਾਂ ਗਵਰਨਮੈਂਟ ਤੋਂ ਡਰਦੇ ਹਾਂ, ਤੇ ਫਿਰ ਇੰਨੇ ਬੇਬਾਕ ਹੋ ਕੇ ਅਸੀਂ ਇੰਟਰਵਿਊ ਨਾ ਦੇ ਰਹੇ ਹੁੰਦੇ ਤੁਹਾਡੇ ਨਾਲ, ਜਾਂ ਇੰਨੇ ਬੇਬਾਕ ਹੋ ਕੇ ਅਸੀਂ ਬਾਹਰ ਪ੍ਰੋਟੈਸਟ ਦੇ ਵਿੱਚ ਨਾ ਖੜੇ ਹੁੰਦੇ। ਜਿੱਥੇ ਗੱਲ ਆਉਂਦੀ ਹੈ ਸਾਡੀ ਕਿਸਾਨਾਂ ਦੇ ਹੱਕਾਂ ਦੀ, ਉੱਥੇ ਭਾਵੇਂ ਉਹ ਸਾਨੂੰ ਕਿਤੇ ਵੀ ਜਾਣਾ ਪੈ ਜੇ, ਭਾਵੇਂ ਮਹਿਤਾਬ ਜੀ ਨੇ ਕਿਹਾ ਦਿੱਲੀ ਤੋਂ ਅੱਗੇ ਵੀ ਜਾਣਾ ਪੈ ਜੇ, ਅਸੀਂ ਜਾਵਾਂਗੇ ਔਰ ਆਪਣੇ ਕਿਸਾਨਾਂ ਵਾਸਤੇ ਆਪਣੀ ਆਵਾਜ਼ ਬੁਲੰਦ ਕਰਾਂਗੇ। ਬਟ ਮੇਨ ਗੱਲ ਇਹ ਹੈ ਵੀ ਚਲੋ ਅਸੀਂ ਤੇ ਜਾਵਾਂਗੇ, ਆਪਾਂ ਜਾਣ ਲਈ ਤਿਆਰ ਵੀ ਆ, ਬਟ ਜਿਹੜਾ ਸਾਡਾ ਯੂਥ ਆ, ਜਿਹੜੀਆਂ ਗੱਲਾਂ ਮੈਂ ਹੁਣ ਕਹੀਆਂ, ਇੱਕ ਵਿਸਥਾਰ ਰੂਪੀ ਇੱਕ ਗੱਲ ਕਹੀ ਹੈ, ਸਾਡੇ ਸਾਰੇ ਯੂਥ ਨੂੰ ਇਹ ਸਾਰੀਆਂ ਗੱਲਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਆ, ਇਸ ਬਿੱਲ ਦੇ ਨੁਕਸਾਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਟਾਈਮ ਤੇ ਕੋਈ ਪੋਲੀਟੀਕਲ ਏਜੰਡਾ ਲੈ ਕੇ ਕਿਸੇ ਨੂੰ ਨਹੀਂ ਚੱਲਣਾ ਚਾਹੀਦਾ, ਇੰਨਾ ਸੈਲਫਿਸ਼ ਨਹੀਂ ਹੋਣਾ ਚਾਹੀਦਾ। ਇਸ ਟਾਈਮ ਤੇ ਸਾਰਿਆਂ ਨੂੰ ਇਹ ਸੋਚ ਰੱਖ ਕੇ ਚੱਲਣਾ ਚਾਹੀਦਾ ਵੀ ਅਸੀਂ ਇੱਕ ਝੰਡੇ ਦੇ ਥੱਲੇ ਇਕਜੁੱਟ ਹੋ ਕੇ ਚੱਲੀਏ। ਇੱਥੇ ਸਵਾਲ ਸੀਗਾ ਕਿ 31 ਪੰਜਾਬ 'ਚ ਕਿਸਾਨ ਯੂਨੀਅਨ ਨੇ, ਤੁਸੀਂ ਕਿਹਾ ਕਿ ਤੁਹਾਡੇ ਫਾਦਰ ਸਾਹਿਬ ਵੀ ਕਿਸਾਨ ਲੀਡਰ ਰਹੇ ਨੇ ਜੀ, 31 ਕਿਸਾਨ ਯੂਨੀਅਨਾਂ ਨੇ, ਚਾਹੇ ਹੁਣ ਇੱਕ ਆਏ, ਪਰ ਉਸ ਢੰਗ ਦੇ ਨਾਲ ਕੋਈ ਯੂਨਿਟੀ ਨਹੀਂ ਹੈਗੀ। ਹਰੇਕ ਦੀ ਆਪੋ ਆਪਣੀ ਯੂਨੀਅਨ ਹੈ, ਆਪੋ ਆਪਣਾ ਨਾਮ ਹੈ, ਆਪੋ ਆਪਣਾ ਪ੍ਰਧਾਨ ਹੈ। ਇਸੇ ਤਰ੍ਹਾਂ ਪੋਲੀਟੀਕਲ ਪਾਰਟੀਆਂ ਨੇ, ਜਿਹੜਾ ਆਪਣਾ ਏਜੰਡਾ ਸੇਮ ਹੈ ਪਰ ਪ੍ਰੋਟੈਸਟ ਦਾ ਤਰੀਕਾ ਵੱਖੋ ਵੱਖਰਾ ਹੈ। ਹੁਣ ਯੂਨੀਅਨਾਂ ਕਹਿੰਦੀਆਂ ਕਿ ਕਲਾਕਾਰ ਸਾਡੇ ਪ੍ਰੋਟੈਸਟ 'ਚ ਨਾ ਆਉਣ,
ਦੇਖੋ ਇਹੀ ਗੱਲ ਬਹੁਤ ਗਲਤ ਹੈ। ਮੈਂ ਤੁਹਾਨੂੰ ਦੱਸਦੀ ਇਹਨਾਂ ਲੋਕਾਂ ਕਰਕੇ ਹੀ ਸਰਕਾਰ ਇਹਨਾਂ ਦਾ ਫਾਇਦਾ ਚੁੱਕਦੀ ਹੈ, ਕਿਉਂਕਿ ਇਹ ਮੇਨ ਪ੍ਰੋਬਲਮ ਜਿਹੜੀ ਕਿਸਾਨਾਂ ਦੀ ਹੈ ਉਹ ਨਹੀਂ ਰੱਖ ਰਹੀ ਅੱਗੇ। ਇਹ ਆਪਣੀ ਯੂਨੀਅਨ ਦੀ ਪ੍ਰਧਾਨਗੀ ਦਿਖਾ ਰਹੇ ਕਿ ਮੈਂ ਪ੍ਰਧਾਨ ਆ, ਮੈਂ ਪ੍ਰਧਾਨ ਆ। ਅਸੀਂ ਕਿਸੇ ਵੀ ਪ੍ਰੋਟੈਸਟ 'ਚ ਜਾਂਦੇ ਆ, ਮਹਿਤਾਬ ਜਾਂਦੇ ਨੇ, ਅਸੀਂ ਜਾਂਦੇ ਆ, ਅਸੀਂ ਇਹ ਨਹੀਂ ਦੇਖਦੇ ਕਿ ਕਿਹੜੀ ਯੂਨੀਅਨ ਆ ਕੀ ਆ, ਹਨਾ। ਅਸੀਂ ਜਾਣਦੇ ਆ ਆਪਣਾ ਏਜੰਡਾ ਰੱਖਣ ਵਾਸਤੇ ਵੀ ਕਿਸਾਨਾਂ ਦਾ ਜਿਹੜਾ ਬਿੱਲ ਪਾਸ ਕੀਤਾ ਹੈ ਇਹ ਲਾਗੂ ਨਹੀਂ ਹੋਣਾ ਚਾਹੀਦਾ, ਨਹੀਂ ਲਾਗੂ ਹੋਣਾ ਚਾਹੀਦਾ। ਜੇ ਇਹ ਸਾਰੇ ਜਾਣੇ ਇਹ ਆਪਣਾ ਮੈਂ ਛੱਡ ਕੇ, ਜਿਹੜੀ ਮੈਂ ਆ ਕਹਿੰਦੇ ਨਾ ਵੀ ਮੈਂ ਬੰਦੇ 'ਚ ਨਹੀਂ ਹੋਣੀ ਚਾਹੀਦੀ, ਮੈਂ ਛੱਡ ਕੇ ਸਾਰੇ ਜਾਣੇ ਇਕਜੁੱਟ ਹੋ ਕੇ ਸੈਂਟਰ ਦੇ ਉੱਥੇ ਜਾ ਕੇ ਖੜੇ ਹੋਣ, ਕੀ ਸੈਂਟਰ ਨਹੀਂ ਡਰੂਗੀ ਇਹਨਾਂ ਤੋਂ? ਕਿਉਂਕਿ ਇਹਨਾਂ ਦੀ ਇੱਕ ਵੋਟ ਕਾਊਂਟ ਹੋ ਕੇ ਹੀ ਸਰਕਾਰਾਂ ਬਣਦੀਆਂ ਨੇ। ਇਹੀ ਨਾਭੇ ਹੋਇਆ ਜਿਸ ਦਿਨ ਹਰਭਜਨ ਮਾਨ ਹੋਣੀ, ਰਣਜੀਤ ਬਾਵਾ ਹੋਰੀ ਨਾਭੇ ਗਏ, ਤੁਸੀਂ ਵੀ ਵੀਡੀਓ ਦੇਖੀ ਹੋਣੀ ਆ। ਉਹਦੇ ਵਿੱਚ ਵਾਰ-ਵਾਰ ਅਪੀਲ ਕੀਤੀ ਜਾਂਦੀ ਰਹੀ ਕਿ ਜ਼ਾਬਤੇ ਦੀ ਉਲੰਘਣਾ ਹੋ ਰਹੀ ਹੈ। ਸਿੱਧੂ ਮੂਸੇਵਾਲੇ ਨੇ ਮਾਨਸਾ 'ਚ ਵੱਡਾ ਇਕੱਠ ਕੀਤਾ ਸੀ, ਆਪ ਉੱਥੇ ਗਏ, ਕਵਰੇਜ ਕੀਤੀ। ਉੱਥੇ ਵੀ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਯੂਨੀਅਨ ਵਾਲੇ ਇਕੱਠ 'ਚ ਤੁਸੀਂ ਨਾ ਆਇਓ। ਜੇ ਕਲਾਕਾਰ ਅੱਜ ਨਾਲ ਖੜ ਰਹੇ ਨੇ ਕਿਸਾਨਾਂ ਦੇ ਲਈ ਤਾਂ ਯੂਨੀਅਨ ਨੂੰ ਕੀ ਪ੍ਰੋਬਲਮ ਉਹਨਾਂ ਤੋਂ? ਪਤਾ ਨਹੀਂ ਕੀ ਪ੍ਰੋਬਲਮ ਆ। ਮੈਂ ਖੁਦ ਕਿਸਾਨ ਯੂਨੀਅਨ ਦੇ ਧਰਨੇ ਤੇ ਜਾ ਕੇ ਬੋਲ ਕੇ ਆਈ ਹਾਂ। ਮੈਨੂੰ ਨਹੀਂ ਸਮਝ ਲੱਗਦੀ ਉਹਨਾਂ ਦੀ ਥਿੰਕਿੰਗ ਦੀ, ਜਦ ਕਿ ਸਾਡੇ ਸਾਰਿਆਂ ਦਾ ਏਜੰਡਾ ਸੇਮ ਹੈ ਇਸ ਟਾਈਮ ਤੇ। ਮੈਨੂੰ ਇਹ ਲੱਗਦਾ ਆ ਕਿ ਸਾਰੇ ਜਿੰਨੇ ਕਿਸਾਨ ਆ ਉਹਨਾਂ ਨੂੰ ਵਿਦਆਊਟ ਐਨੀ ਪੋਲੀਟੀਕਲ ਪਾਰਟੀ, ਵਿਦਆਊਟ ਐਨੀ ਯੂਨੀਅਨ, ਉਹਨਾਂ ਨੂੰ ਇਕਜੁੱਟ ਹੋ ਕੇ ਸਾਰਿਆਂ ਨੂੰ ਇਕੱਠੇ ਤੁਰਨਾ ਚਾਹੀਦਾ। ਕਿਤੇ ਕ੍ਰੈਡਿਟ ਵਾਰ ਤਾਂ ਨਹੀਂ ਹੈਗੀ? ਕਿਤੇ ਕੋਈ ਉਹਨਾਂ ਨੂੰ ਲੱਗਦਾ ਤਾਂ ਨਹੀਂ ਕਿ ਕਲਾਕਾਰ ਸਾਡਾ ਪ੍ਰੋਟੈਸਟ ਨੂੰ ਹਾਈਜੈਕ ਕਰਕੇ ਸਾਡੀ ਮੁਹਿੰਮ ਨੂੰ ਹਾਈਜੈਕ ਕਰਦੇ? ਨਹੀਂ ਤੇ ਆਪੋ ਆਪਣੀ ਸੋਚ ਹੈ ਜੀ। ਹਾਂ, ਸੋਚ ਹੈ ਜੀ। ਆਪਾਂ ਨੂੰ ਕੋਈ ਇੰਟਰਸਟ ਨਹੀਂ ਪੋਲਿਟਿਕਸ ਦੇ ਵਿੱਚ, ਆਪਾਂ ਨੂੰ ਕੋਈ ਇੰਟਰਸਟ ਨਹੀਂ ਕਿਸੇ ਦੀ। ਕਿਤੇ ਤੁਸੀਂ ਐਮਐਲਏ ਤਾਂ ਨਹੀਂ ਖੜਨਾ, ਕਿਤੇ ਇਲੈਕਸ਼ਨ ਤਾਂ ਨਹੀਂ ਲੜਨੀ। ਗੱਲ ਸੁਣੋ, ਐਮਐਲਏ ਖੜਨ ਦੀ ਗੱਲ ਨਹੀਂ ਗੀ। ਐਮਐਲਏ ਦੇਖੋ, ਜੇ ਲੋਕ ਬਣਾਉਂਦੇ ਆ ਤੁਹਾਨੂੰ ਐਮਐਲਏ, ਜੇ ਤੁਸੀਂ ਲੋਕਾਂ ਦੀ ਦੇਖੋ, ਮੇਨ ਲੀਡਰ ਤੁਹਾਡਾ ਉਹੀ ਹੈ ਜਿਹੜਾ ਜਾ ਕੇ ਉੱਥੇ ਸੈਂਟਰ ਦੇ ਵਿੱਚ, ਜਿਹੜਾ ਜਾ ਕੇ ਪਾਰਲੀਮੈਂਟ ਦੇ ਵਿੱਚ ਤੁਹਾਡੇ ਹੱਕਾਂ ਵਾਸਤੇ ਲੜਦਾ ਹੈ। ਇਹ ਨਹੀਂ ਵੀ ਕੱਲਾ ਵੋਟਾਂ ਦੇ ਟਾਈਮ ਤੇ ਆ ਕੇ ਤੁਹਾਡੇ ਕੋਲੋਂ ਵੋਟਾਂ ਲੈ ਰਿਹਾ। ਠੀਕ ਹੈ। ਅੱਛਾ, ਇੱਕ ਤਾਂ ਯੂਨੀਅਨ ਵਾਲੀ ਗੱਲ ਹੋਊਗੀ ਵੱਖਰੀ, ਇੱਕ ਪੋਲੀਟੀਕਲ ਪਾਰਟੀਆਂ ਵਾਲੀ। ਹੁਣ ਪੰਜਾਬ ਦੇ ਵਿੱਚ ਅਕਾਲੀ ਦਲ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਸੁਖਪਾਲ ਖਹਿਰਾ ਨੇ, ਬੈਂਸ ਨੇ, ਨਵਜੋਤ ਸਿੱਧੂ ਨੇ, ਇਹ ਸਾਰੇ ਪ੍ਰੋਟੈਸਟ ਕਰ ਰਹੇ ਨੇ ਪਰ ਵੱਖੋ ਵੱਖਰਾ ਕਰ ਰਹੇ ਨੇ। ਅਸਰ ਹੋਊਗਾ ਕੇਂਦਰ ਤੇ ਇਸ ਗੱਲ ਦਾ? ਇਹਦਾ ਜਵਾਬ ਮਹਿਤਾਬ ਜੀ ਤੁਸੀਂ ਦਿਓ। ਬਿਲਕੁਲ ਜੀ। ਕੱਲ ਵੀ ਅਸੀਂ ਜਦੋਂ 에ਅਰਪੋਰਟ ਚੌਂਕ ਤੇ ਸੀ ਨਾ, ਉੱਥੇ ਸੂਝਵਾਨ ਕਾਫੀ ਸਾਡੇ ਬਜ਼ੁਰਗ ਵੀ ਸੀ, ਉਹਨਾਂ ਨੇ ਦੱਸਿਆ ਕਿ ਇੱਕ ਝੰਡੇ ਥੱਲੇ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ। ਕਰਤਾਰ ਚੀਮਾ ਭਾਈ ਨੇ ਵੀ ਇਸ ਚੀਜ਼ ਬਾਰੇ ਬਹੁਤ ਡਿਟੇਲਿੰਗ ਦੇ ਵਿੱਚ ਸਵਾਲ ਜਵਾਬ ਕੀਤੇ, ਸਾਹਮਣੇ ਬੈਠਿਆਂ ਦੇ ਵੀ ਤੁਸੀਂ ਅੱਜ ਸਾਨੂੰ ਬੁਲਾਇਆ, 4 ਕਲਾਕਾਰਾਂ ਨੂੰ, ਅਸੀਂ ਇਕੱਠੇ ਹੋ ਕੇ ਆਏ ਆ। ਕੱਲ ਨੂੰ ਤੁਸੀਂ ਫਿਰ ਇੱਕ ਝੰਡੇ ਥੱਲੇ ਬਹੋ, ਅਸੀਂ ਫਿਰ ਆਵਾਂਗੇ। 4 ਦੀ ਜਗ੍ਹਾ ਅਸੀਂ ਫਿਰ 8 ਜਣੇ ਹੋਰ ਨਾਲ ਲੈ ਕੇ ਆਵਾਂਗੇ, ਫਿਰ ਕੱਲ ਨੂੰ 20 ਜਣੇ ਹੋਰ ਲੈ ਕੇ ਆਉਣਗੇ। ਅਸੀਂ ਕੱਲ ਦੀ ਇੱਕੋ ਗੱਲ ਕਰ ਰਹੇ ਹਾਂ ਕਿ ਜਿੱਥੇ ਵੀ ਜਾਣਾ ਏਕਾ ਬਣਾਓ, ਚਾਹੇ ਤੁਸੀਂ ਇੱਕ ਸ਼ਹਿਰ ਰੱਖ ਲਓ ਕਿ ਅੱਜ ਸਾਰੇ ਅੰਮ੍ਰਿਤਸਰ ਇਕੱਠੇ ਹੋ ਜਾਓ। ਪਰ ਕਹਿੰਦੇ ਕਲਾਕਾਰ ਵੀ ਇਕਜੁੱਟ ਨਹੀਂ, ਮੂਸੇਵਾਲੇ ਨੇ ਆਪਣਾ ਲਾ ਲਿਆ, ਦੀਪ ਸਿੱਧੂ ਹੋਰਾਂ ਨੇ ਨਹੀਂ, ਆਪਣਾ ਲਾ ਇਹ ਲਿਆ। ਗਲਤ ਗੱਲ ਹੈ, ਇਹ ਗਲਤ ਗੱਲ ਹੈ। ਵੇਖੋ ਮੇਰੀ ਗੱਲ ਸੁਣੋ, ਜਿਹੜਾ ਆਪਣੇ ਏਰੀਏ 'ਚ ਆ ਉਹ ਆਪਣੇ ਏਰੀਏ 'ਚ ਪ੍ਰਮੋਟ ਕਰ ਰਿਹਾ। ਆਪਣੇ ਏਰੀਏ 'ਚ ਦੇਖੋ, ਕਲਾਕਾਰ ਜਿਹੜੇ ਆ ਉਹ ਜਿਵੇਂ ਸਿੱਧੂ ਮੂਸੇਵਾਲਾ ਜੀ ਦੇ ਏਰੀਆ ਹੋਊਗਾ, ਉੱਥੇ ਉਹਨਾਂ ਨੇ ਸੱਦ ਲਿਆ ਸਾਰਿਆਂ ਨੂੰ। ਉਹਨਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਨਹੀਂ ਆਉਣਾ, ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ, ਵੈਲਕਮ ਕੀਤਾ। ਹੁਣ ਕੱਲ ਨੂੰ ਮਹਿਤਾਬ ਜਾਂਦੇ ਨੇ ਹਰਿਆਣਾ ਦੇ ਵਿੱਚ ਜਾ ਕੇ ਆਪਣੇ ਕਰਨਾਲ ਦੇ ਵਿੱਚ ਰੈਲੀ ਕਰਦੇ ਨੇ ਕਿਸਾਨ ਨੇ। ਇਹਨਾਂ ਨੇ ਇਹ ਥੋੜਾ ਨਾ ਕਿਹਾ ਵੀ ਹਾਂ ਆਪਾਂ ਅਲੱਗ ਕਰ ਰਹੇ ਹਾਂ। ਦੇਖੋ, ਹਰ ਇੱਕ ਦਾ ਏਰੀਆ ਆ, ਹਨਾ, ਵੀ ਮੇਰਾ ਏਰੀਆ ਅਜਨਾਲਾ ਸੀਗਾ, ਮੇਰਾ ਪਿੰਡ ਦੋ ਆ, ਮੇਰੇ ਕਿਸਾਨ ਹੋ। ਦੇਖੋ, ਹਰ ਇੱਕ ਕੋਈ ਬੰਦਾ ਆਪਣੇ ਏਰੀਏ ਦੀ ਜ਼ਿੰਮੇਵਾਰੀ ਚੁੱਕ ਲੇ, ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਲੈ ਕੇ ਆਏ। ਅਸੀਂ ਕੋਈ ਅਲੱਗ ਨਹੀਂ ਗਏ। ਅੱਜ ਮਹਿਤਾਬ ਜੀ ਉੱਥੇ ਰੈਲੀ ਕਰਦੇ ਨੇ, ਉੱਥੇ ਸਾਰੇ ਆਪ ਹੀ ਕਿਹਾ ਨਾ ਕਿ ਇੱਕ ਝੰਡੇ ਥੱਲੇ ਇਕੱਠਾ ਹੋਣਾ ਪੈਣਾ। ਫਿਰ ਹੁਣ ਅਸੀਂ ਚਲੋ ਠੀਕ ਹੈ, ਸ਼ੁਰੂਆਤ ਦੇ ਵਿੱਚ ਵੱਖ-ਵੱਖ ਪ੍ਰੋਟੈਸਟ ਹੋ ਲਏ, ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਇੱਕ ਜਗ੍ਹਾ ਕੋਈ ਬਿਲਕੁਲ ਹੋਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ। ਸਾਰਿਆਂ ਨੂੰ ਇੱਕੋ ਥੱਲੇ ਝੰਡੇ ਥੱਲੇ ਜਾਣਾ ਚਾਹੀਦਾ। ਜਿੰਨੀਆਂ ਪਾਰਟੀਆਂ ਆਪਣੀ ਪਾਰਟੀ ਵਾਈ ਛੱਡ ਕੇ ਆਓ। ਅਸੀਂ ਤਾਂ ਚਲੋ ਫਿਰ ਇੱਕ ਝੰਡਾ ਛੱਡਿਆ, ਹੁਣ ਇੱਕ ਕਿਸਾਨ ਇੱਕ ਆਪਣਾ ਝੰਡਾ ਵੱਖਰਾ ਬਣਾ ਦੇਣ, ਹਨਾ। ਹੁਣ ਜਿੰਨੇ ਵੀ ਯੂਨੀਅਨ ਰੱਖਣ, ਉਹਦੇ ਥੱਲੇ ਕਿਹਨੂੰ ਕਹਿੰਦੇ ਆ ਅਕਾਲੀ ਦਲ ਆਣ, ਉਹਦੇ ਥੱਲੇ ਕਾਂਗਰਸ ਆਵੇ, ਉਹਦੇ ਥੱਲੇ ਆਮ ਆਦਮੀ ਪਾਰਟੀ ਆਵੇ, ਉਹਦੇ ਥੱਲੇ ਆਪਾਂ ਸਾਰੇ ਕਲਾਕਾਰ ਇਹਨਾਂ ਦੇ ਨਾਲ, ਆਪਾਂ ਤੇ ਕਿਸਾਨਾਂ ਵਾਸਤੇ, ਉਹਨਾਂ ਦੇ ਹੱਕਾਂ ਵਾਸਤੇ ਲੜਨ ਲਈ ਰੈਡੀ ਆ। ਆਪਾਂ ਕਿਸੇ ਪੋਲੀਟੀਕਲ ਪਾਰਟੀ ਦਾ ਸਮਰਥਨ ਨਹੀਂ ਕਰ ਰਹੇ। ਕਿਤੇ ਨਿਰਾਸ਼ਾ ਵੀ ਹੋ ਜਾਂਦੀ ਹੈ ਨਾ ਜਦੋਂ ਆਲੋਚਨਾ ਹੁੰਦੀ ਹੈ। ਫਿਰ ਹੁਣ ਅੱਜ ਕਲਾਕਾਰ ਆ ਰਹੇ ਨੇ, ਬਹੁਤੇ ਕਹਿੰਦੇ ਕਿ ਸ਼ਾਇਦ ਕਲਾਕਾਰਾਂ ਕੋਲੇ ਪ੍ਰੋਗਰਾਮ ਨਹੀਂ ਹੈਗੇ ਤਾਂ ਕਲਾਕਾਰ ਹੁਣ ਆਉਣ ਲੱਗ ਗਏ। ਦੇਖੋ ਮੇਰੀ ਗੱਲ ਸੁਣੋ, ਨੈਗੇਟਿਵ ਗੱਲਾਂ ਜੇ ਤੁਸੀਂ ਸੋਚਣੀਆਂ ਨਾ, ਨੈਗੇਟਿਵ ਗੱਲਾਂ ਤੁਸੀਂ ਕਿਸੇ ਬਾਰੇ ਚੰਗਾ
ਚੰਗਾ ਨਹੀਂ ਸੋਚ ਸਕਦੇ, ਕਿਸੇ ਬਾਰੇ ਮਾੜਾ। ਜੇ ਕੋਈ ਬੰਦਾ ਚੰਗਾ ਕਰਨਾ ਸ਼ੁਰੂ ਕਰ ਦੂਗਾ ਨਾ ਤਦ ਵੀ ਉਹਦੇ ਬਾਰੇ ਗੱਲਾਂ ਕਰਨਗੇ, ਜੇ ਨਹੀਂ ਆਏ ਤਦ ਵੀ ਗੱਲਾਂ ਕਰਨਗੇ, ਠੀਕ ਆ। ਨਹੀਂ ਤੇ ਕਲਾਕਾਰ, ਜੇ ਹੁਣ ਕਲਾਕਾਰ ਆ ਰਹੇ ਆ ਇਹ ਦਾ ਮਤਲਬ ਵੀ ਤਾਂ ਵੀ ਨਹੀਂ ਚੰਗੇ ਲੱਗ ਰਹੇ ਕਿ ਕਿਉਂ ਆ ਗਏ। ਜੇ ਨਾ ਆਉਂਦੇ ਫਿਰ ਥੱਲੇ ਮੈਸੇਜ ਆਉਂਦੇ ਆ, ਬਾਈ ਜੀ ਤੁਸੀਂ ਨਹੀਂ ਗਏ ਧਰਨੇ ਤੇ, ਵਾਰ-ਵਾਰ ਕਹਿੰਦੇ ਨਾ ਮਤਲਬ ਕਿਸੇ ਪਾਸਿਓਂ ਨਹੀਂ ਜੀਣ ਦੇਣਾ। ਤੁਸੀਂ ਗੀਤਾਂ ਦੇ ਜੱਟਾਂ ਦੀ ਗੱਲ ਕਰਦੇ ਹੋ, ਹੁਣ ਕਿਸਾਨਾਂ ਦੀ ਵਾਰੀ ਆਈ, ਤੁਸੀਂ ਆਏ ਨਹੀਂ ਹੈਗੇ। ਤੁਸੀਂ ਇਸ ਗੱਲ ਦੇ ਉੱਤੇ ਕਲਾਕਾਰ ਸ਼ਬਦ ਤੇ ਛੱਡ ਹੀ ਦਿਓ। ਆਪਾਂ ਕਲਾਕਾਰ ਬਣ ਕੇ ਜਾਂਦੇ ਹੀ ਨਹੀਂ ਕਿਤੇ ਵੀ। ਮੈਂ ਤਾਂ ਜਾਂ ਮਹਿਤਾਬ, ਆਪਾਂ ਇੱਕ ਆਮ ਇਨਸਾਨ, ਇਹ ਵੀ ਫਾਰਮਰ ਫੈਮਿਲੀ ਨੂੰ ਬਿਲੋਂਗ ਕਰਦੇ ਆ, ਮੈਂ ਖੁਦ ਫਾਰਮਰ ਫੈਮਿਲੀ ਨੂੰ, ਜੱਟ ਫੈਮਿਲੀ ਨੂੰ ਬਿਲੋਂਗ ਕਰਦੀ ਆ। ਆਪਾਂ ਤੇ ਆਪਣੇ ਕਿਹਨੂੰ ਕਹਿੰਦੇ ਹੱਕਾਂ ਵਾਸਤੇ ਜਾ ਰਹੇ ਆ ਔਰ ਆਪਾਂ ਜਾਵਾਂਗੇ। ਔਰ ਕੋਈ ਵੀ ਕਲਾਕਾਰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚੋਂ ਉਹ ਕੋਈ ਕਲਾਕਾਰ ਬਣ ਕੇ ਨਹੀਂ ਜਾ ਰਿਹਾ। ਉਹ ਸਿੱਧਾ ਕਹਿ ਰਹੇ, ਜਿਵੇਂ ਮਹਿਤਾਬ ਜੀ ਨੇ ਕਿਹਾ ਵੀ ਸਾਡਾ ਫੋਟੋਆਂ ਖਿਚਾਉਣ ਵਾਸਤੇ ਨਾ ਆਇਓ, ਆਪਾਂ ਕਲਾਕਾਰ ਬਣ ਕੇ ਨਹੀਂ ਆ ਰਹੇ। ਆਪਾਂ ਇੱਥੇ ਇੱਕ ਆਮ ਇਨਸਾਨ ਬਣ ਕੇ, ਜਿਹੜੇ ਕਿ ਕਿਸਾਨਾਂ ਦੀ ਫੈਮਿਲੀਜ਼ ਨੂੰ ਬਿਲੋਂਗ ਕਰਦੇ ਆ, ਆਪਾਂ ਆਪਣੇ ਹੱਕਾਂ ਦੀ ਲੜਾਈ ਲੜਨ ਵਾਸਤੇ ਆ ਰਹੇ ਹਾਂ। ਤੇ ਤੁਸੀਂ ਤਿਆਰ ਹੋ ਜਿੱਥੇ ਕਿਤੇ ਸੰਘਰਸ਼ ਹੋਊਗਾ ਜਾਂ ਜਿਹੜੀ ਇੱਕ ਕੋਈ ਯੂਨਿਟੀ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ, ਕਿਤੇ ਤੁਹਾਡੇ ਮਨ ਦੇ ਵਿੱਚ ਤਾਂ ਨਹੀਂ ਕਿ ਕਿਸੇ ਹੋਰ ਦੇ ਇਕੱਠ 'ਚ ਅਸੀਂ ਨਹੀਂ ਜਾਣਾ? ਬਿਲਕੁਲ ਤਿਆਰ ਹਾਂ ਜੀ, ਜਿੱਥੇ ਬੁਲਾਓਗੇ ਅਸੀਂ ਉੱਥੇ ਆਵਾਂਗੇ। ਤੁਸੀਂ ਵੀ ਉੱਥੇ ਆਇਓ, ਤੁਸੀਂ ਵੀ ਸਾਨੂੰ ਮਿਲੋਗੇ, ਇੰਟਰਵਿਊ ਕਰੋਗੇ। ਤੁਸੀਂ ਆਪ ਕਿਉਂ ਵੀ ਅਸੀਂ ਉਦੋਂ ਘਰੇ ਬਹਿ ਕੇ ਗੱਲ ਕੀਤੀ ਸੀ। ਹਾਂ, ਇੱਕ ਹੋਰ ਇੱਥੇ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਜਿਹੜਾ ਪੰਜਾਬ ਦਾ ਮੀਡੀਆ ਹੈ ਉਹ ਤਾਂ ਕਵਰੇਜ ਕਰ ਰਿਹਾ ਹੈ, ਤੇ ਨੈਸ਼ਨਲ ਮੀਡੀਆ ਦੇ ਵਿੱਚ ਹਾਲੇ ਵੀ ਕਵਰ ਜਿਹੜਾ ਪੰਜਾਬ ਦੇ ਸੰਘਰਸ਼ ਨਹੀਂ ਹੋਏ ਹੈਗੇ ਜੀ। ਉਸ ਗੱਲ ਵਾਸਤੇ ਵੀ ਮੈਂ ਸੋਚ ਰਹੀ ਸੀ ਕਿਉਂਕਿ ਪਿੱਛੇ ਜੇ ਏਜੰਡਾ ਆਇਆ ਸੀਗਾ, ਜਿਵੇਂ ਆ ਦੀਪਿਕਾ ਪਾਦੂਕੋਣ ਦਾ ਚੱਲ ਰਿਹਾ ਹੈ ਇਸ ਟਾਈਮ ਦੇ ਉੱਤੇ, ਮੈਂ ਬਹੁਤ ਸਾਰੇ ਚੈਨਲਸ ਦੇ ਨਾਲ ਇੰਟਰਵਿਊਜ਼ ਕੀਤੀਆਂ, ਭਾਵੇਂ ਅੱਜ ਤੱਕ ਦੇ ਨਾਲ ਕੀਤੀਆਂ, ਅਰਨਵ ਜੀ ਦੇ ਨਾਲ ਕੀਤੀਆਂ, ਨਿਊਜ਼ 18 ਸਾਰਿਆਂ ਦੇ ਨਾਲ ਕੀਤੀਆਂ, ਹਨਾ। ਮੈਂ ਜਿੰਨੇ ਵੀ ਮੈਨੂੰ ਉਹਨਾਂ ਦੇ ਫੋਨ ਅੱਜ ਤੱਕ ਆ ਹੀ ਆਏ ਹੈ, ਪਿਛਲੇ ਦਿਨੀ ਵੀ ਆ ਰਿਹਾ, ਹੁਣ ਵੀ ਆ ਰਿਹਾ ਕਿ ਸਾਡੇ ਨਾਲ ਪੈਨਲ ਡਿਸਕਸ਼ਨ ਦੇ ਵਿੱਚ ਬੈਠੋ, ਇਹ ਦੀਪਿਕਾ ਪਾਦੂਕੋਣ ਦਾ ਜਿਹੜਾ ਡਰੱਗਸ ਦਾ ਚੱਲ ਰਿਹਾ ਹੈ, ਠੀਕ ਹੈ। ਮੈਂ ਇੱਕ ਵਾਰੀ ਬੈਠੀ, ਪਰ ਮੈਂ ਤੀਜੀ ਵਾਰੀ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਵੀ ਕਿਸਾਨਾਂ ਦਾ ਇਸ਼ੂ ਚੱਕੋਗੇ, ਕਦੋਂ ਚੱਕੋਗੇ ਤੁਸੀਂ? ਮੈਂ ਕਿਹਾ ਮੇਰੇ ਕੋਲ ਹੁਣ ਇੰਨਾ ਆ ਫ੍ਰੀ ਗੱਲਾਂ ਦਾ ਟਾਈਮ ਨਹੀਂ ਹੈਗਾ। ਵਾਰ-ਵਾਰ ਇੱਕੋ ਹੀ ਗੱਲ ਕਰੀ ਜਾਈਏ, ਸੁਸ਼ਾਂਤ ਤੇ ਦੀਪਿਕਾ ਤੋਂ ਅੱਗੇ ਨਹੀਂ ਜਾ ਰਹੇ। ਸੁਸ਼ਾਂਤ ਦੀਪਿਕਾ ਤੋਂ ਅੱਗੇ ਤੁਸੀਂ ਜਾ ਨਹੀਂ ਰਹੇ ਹੋ, ਠੀਕ ਹੈ। ਤੁਹਾਡੀ ਇੱਕ ਇਸ਼ੂ ਪੰਜਾਬ ਦੇ ਵਿੱਚ 121 ਮੌਤਾਂ ਹੋ ਗਈਆਂ ਜ਼ਹਿਰੀਲੀ ਸ਼ਰਾਬ ਦੇ ਨਾਲ, ਉਹ ਮੁੱਦਾ ਨੈਸ਼ਨਲ ਮੀਡੀਆ ਨੇ ਚੁੱਕਿਆ ਨਹੀਂ ਹੈਗਾ। ਹਾਂ, ਉਹ ਮੁੱਦਾ ਤੁਸੀਂ, ਅੱਛਾ ਮੇਰੀ ਗੱਲ ਸੁਣੋ, ਦੀਪਿਕਾ ਜੀ ਵਾਲਾ ਜਿਹੜਾ ਆ ਮੁੱਦਾ ਚੱਲ ਰਿਹਾ ਹੈ ਚਰਚ ਤੇ ਵੀਡ ਦਾ, ਮੈਨੂੰ ਇੱਕ ਗੱਲ ਦੱਸੋ, ਚਰਚ ਵੀਡ ਕਿੱਥੇ ਨਹੀਂ ਹੈਗੀ? ਇਹ ਸਿਰਫ ਬਾਲੀਵੁੱਡ ਦੇ ਵਿੱਚ ਹੈ। ਇਹ ਕੀ ਗੱਲ ਹੈ, ਪੰਜਾਬ ਦੇ ਵਿੱਚ ਨਹੀਂ ਹੈਗੀ, ਇਹ ਹਰਿਆਣਾ ਦੇ ਵਿੱਚ ਨਹੀਂ ਹੈਗੀ, ਜਾਂ ਕਿਸੇ ਸਟੇਟ ਦੇ ਵਿੱਚ ਨਹੀਂ ਹੈਗੀ। ਇਹ ਹਰ ਇੱਕ ਸਟੇਟ ਦਾ ਇੱਕ ਡਰੱਗ ਦਾ ਬਹੁਤ ਵੱਡਾ ਇਸ਼ੂ ਹੈ। ਇਹ ਬਾਰ-ਬਾਰ ਇੱਕੋ ਗੱਲ ਨੂੰ ਬਾਲੀਵੁੱਡ ਨੂੰ ਚੱਕ ਕੇ ਕਿ ਇਸ ਅਦਾਕਾਰਾ ਨੇ ਡਰੱਗ ਕੀਤਾ, ਇਹਨੇ ਇਹ ਬੀਟ ਕਰ ਰਹੀ ਹੈ, ਇਹ ਕੀ ਮਤਲਬ? ਤੁਸੀਂ ਇਹ ਸੈਂਟਰਸ ਨਹੀਂ ਦੇਖਦੇ ਡੀ ਐਡਿਕਸ਼ਨ, ਜਿੱਥੇ ਨਸ਼ਾ ਛੁਡਾਊ ਕੇਂਦਰ ਨੇ, ਉੱਥੇ ਕਈ ਤਰ੍ਹਾਂ ਦੇ ਲੋਕੀ ਆਂਦੇ ਜਿਹੜੇ ਡਰੱਗ ਕਰਦੇ ਆ, ਫਿਰ ਉਹਨਾਂ ਤੋਂ ਵੀ ਪੁੱਛਤਾਛ ਕਰਨੀ ਚਾਹੀਦੀ ਹੈ ਵੀ ਤੁਸੀਂ ਡਰੱਗ ਤੁਹਾਨੂੰ ਕਿੱਥੋਂ ਮਿਲਿਆ, ਤੁਸੀਂ ਕਿਹੜੇ ਡਰੱਗ ਪੈਡਲਰ ਕੋਲੋਂ ਡਰੱਗ ਲਿਆ? ਕਿਉਂ ਉਹਨਾਂ ਨੇ ਵੀ ਤਾਂ ਕਿਤੇ ਨਾ ਕਿਤੋਂ ਲਿਆ ਹੀ ਹੋਣਾ ਨਾ। ਉਹਨਾਂ ਨੇ ਚਲੋ ਵੀਡ ਕੀਤੀ, ਇੱਥੇ ਦੇ ਆ ਚਿੱਟਾ ਵੀ ਕਰਦੇ ਆ, ਕਿੰਨਾ ਕੁਝ ਕਰਦੇ ਆ, ਕਿੰਨਾ ਡਰੱਗ ਸਪਲਾਈ ਆ। ਇਹਦੇ ਵਿੱਚ ਤੇ ਇਹ ਵੀ ਕੁਐਸਚਨ ਹੋਣਾ ਚਾਹੀਦਾ ਵੀ ਤੁਹਾਡੀ ਸਟੇਟ ਦੇ ਵਿੱਚ ਡਰੱਗ ਸਪਲਾਈ ਕਿੱਥੋਂ ਹੁੰਦਾ ਆ, ਤੁਹਾਡੀ ਸਟੇਟ ਦੀ ਜਿਹੜੀ ਸਿਕਿਉਰਿਟੀ ਫੋਰਸ ਆ ਉਹ ਕਿੱਥੇ ਗਈ ਹੈ ਜਦੋਂ ਡਰੱਗ ਆ ਰਿਹਾ ਹੈ। ਔਰ ਉੱਤੇ ਸਭ ਤੋਂ ਸੀਬੀਆਈ ਕਹਿੰਦੇ ਸੀਬੀਆਈ ਇਨਕੁਆਇਰੀ ਕਰੂਗੀ। ਮੈਨੂੰ ਇੱਕ ਗੱਲ ਦੱਸੋ, ਪੂਰੇ ਇੰਡੀਆ ਦੇ ਵਿੱਚ ਓਨਲੀ 72 ਮਤਲਬ 72,000 ਸੀਬੀਆਈ ਦੀ ਟੀਮ ਆ, ਬਿਲਕੁਲ। ਤੇ ਸਾਡੀ ਮਤਲਬ ਪੂਰੇ ਹਿੰਦੁਸਤਾਨ ਦੀ ਪੋਪੂਲੇਸ਼ਨ ਕਿੰਨੀ ਹੈ? 140 ਕਰੋੜ ਸਾਡੀ ਹਿੰਦੁਸਤਾਨ ਦੀ ਪੋਪੂਲੇਸ਼ਨ ਹੈ। ਜੇ ਇੱਕ ਵੀ ਬੰਦਾ ਸੀਬੀਆਈ ਦਾ ਇੱਕ ਬੰਦੇ ਦੇ ਨਾਲ, ਮਤਲਬ ਇੱਕ ਬੰਦੇ ਇਕੁਅਲਸ ਟੂ 100 ਪੀਪਲ, ਇੱਕ ਬੰਦੇ ਦਾ ਨਹੀਂ ਇਸ਼ੂ ਸੌਰਟ ਆਊਟ ਹੁੰਦਾ ਤੇ 100 ਲੋਕਾਂ ਦਾ। ਵੈਸੇ ਵੀ ਪੰਜਾਬ ਦੇ ਜਾਂ ਦੇਸ਼ ਦੇ ਬਹੁਤ ਸਾਰੇ ਹੋਰ ਇਸ਼ੂਜ਼ ਨੇ, ਸ਼ਾਇਦ ਉਹਨਾਂ ਤੋਂ ਡਾਇਵਰਟ ਕਰਨ ਦੇ ਲਈ ਇਹ ਸਭ ਕੁਝ ਹੋ ਰਿਹਾ। ਅਸੀਂ ਮੁੜ ਤੋਂ ਕਿਸਾਨੀ ਤੇ ਆ ਜਾਈਏ। ਸੋਨੀਆ, ਜਿਸ ਢੰਗ ਦੇ ਨਾਲ ਹੁਣ ਇੱਕ ਸ਼ੁਰੂਆਤ ਹੋਈ ਹੈ, ਚੰਗੀ ਸ਼ੁਰੂਆਤ ਹੈ, ਅਸੀਂ ਕਹਿੰਦੇ ਕਿ ਪ੍ਰੋਟੈਸਟ ਹੋ ਰਹੇ ਆ ਕਿਉਂਕਿ ਲੜਾਈ ਕੇਂਦਰ ਦੇ ਨਾਲ ਹੈ, ਤੇ ਜਿਵੇਂ ਤੁਸੀਂ ਵੀ ਕਿਹਾ ਕਿ ਇਕਜੁੱਟਤਾ ਦੀ ਲੋੜ ਹੈਗੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੇਂਦਰ ਸਰਕਾਰ ਨਾਲ ਟੱਕਰ ਲਈਏ ਤਾਂ ਇਹ ਬਿੱਲ ਅਮੈਂਡਮੈਂਟ ਹੋਵੇ ਜਾਂ ਰੱਦ ਹੋਣ ਜਾਂ ਜੋ ਵੀ ਹੋਵੇ। ਇਹਦੇ ਵਿੱਚ ਮੈਨੂੰ ਵੇਖੋ ਜੀ ਇਹੀ ਲੱਗਦਾ ਹੈ ਵੀ ਜੇ ਇਹ ਬਿੱਲ ਦੇ ਵਾਸਤੇ ਸਾਰੇ ਜਾਣੇ ਤੁਰੇ ਹੋ ਤੇ ਹੁਣ ਇਹ ਜੇ ਇਹਨਾਂ ਨੇ ਲਾਗੂ ਕਰਤਾ ਹੈ, ਮਤਲਬ ਇਹ ਪਾਸ ਕਰਤਾ ਹੈ, ਤੇ ਇਹ ਲਾਗੂ ਨਹੀਂ ਹੋਣਾ ਚਾਹੀਦਾ, ਭਾਵੇਂ ਜੋ ਮਰਜ਼ੀ ਹੋ ਜੇ, ਫਿਰ ਪਿੱਛੇ ਨਹੀਂ ਹਟਣਾ ਚਾਹੀਦਾ ਕਿਸੇ ਨੂੰ। ਅੱਛਾ, ਇੱਕ ਹੋਰ ਮੰਗ ਆ ਰਹੀ ਹੈ ਮਹਿਤਾਬ, ਬਹੁਤ ਸੋਸ਼ਲ ਮੀਡੀਆ ਤੇ ਰਿਲਾਇੰਸ ਦੇ ਖਿਲਾਫ, ਜਾਂ ਜਿਹੜੇ ਉਹਨਾਂ ਦੇ ਮੈਗਾ ਸਟੋਰਸ ਨੇ, ਜਾਂ ਜੀਓ ਦੇ ਸਿਮ ਨੇ, ਜਾਂ ਈਵਨ ਕਿ ਜਿਹੜੇ ਪੈਟਰੋਲ ਪੰਪ ਨੇ, ਲੱਗਦਾ ਕਿ ਉਸ ਨਾਲ ਅਸਰ ਹੋ ਸਕਦਾ? ਬਿਲਕੁਲ ਹਾਂਜੀ, ਮੈਂ ਸੀਪੀ ਬਾਈ ਦੀ ਦੇਖੀ ਸੀ ਪੋਸਟ, ਉਹਨਾਂ ਨੇ ਪਾਈ ਹੋਈ ਆ ਕਿ ਤੁਸੀਂ ਰਿਲਾਇੰਸ ਜੀਓ ਤੇ ਜਿਹੜੇ ਰਿਲਾਇੰਸ ਦੇ ਉਹਦੇ ਤੇ ਆ ਕਿ ਤੁਸੀਂ ਇੱਕ ਵਾਰੀ ਕਰੋ। ਮੈਨੂੰ ਲੱਗਦਾ ਵੀ ਜਿੱਥੇ ਏਕਾ ਹੁੰਦਾ, ਜਿੱਥੇ ਹੁਣ ਤਾਕਤ ਆ ਨਾ ਸਾਰਿਆਂ ਦੀ, ਜੇ ਉਹ ਵੀ ਚੀਜ਼ ਕਰਕੇ ਦੇਖ ਲੈਨੇ ਆ, ਸਾਰੇ ਜਣੇ ਕਰੋ ਇਕੱਠੇ ਹੋ ਕੇ, ਉਹ ਵੀ ਬੰਦ ਕਰਕੇ ਦੇਖਦੇ ਆ, ਕਿਤੇ ਨਾ ਕਿਤੇ ਤਾਂ ਅਸਰ ਜਾਊਗਾ।
ਠੀਕ ਹੈ। ਆਈ ਬਲੀਵ ਸਾਰੇ ਸੈਲੀਬ੍ਰਿਟੀਜ਼ ਨੂੰ ਆਪਣੇ ਉਹਦੇ ਤੇ ਪਾਉਣਾ ਚਾਹੀਦਾ ਆ ਵੀ ਜਿੰਨੇ ਵੀ ਜੀਓ ਦੇ ਸਿਮ ਆ, ਜਿੰਨੇ ਵੀ ਰਿਲਾਇੰਸ ਦੇ ਸਟੋਰਸ ਆ, ਉੱਥੋਂ ਖਰੀਦ ਬੰਦ ਕਰ ਦੇਣੀ ਚਾਹੀਦੀ ਹੈ। ਜੀਓ ਦੇ ਸਿਮ ਤੋੜ ਕੇ ਸੱਟ ਦੇਣੇ ਚਾਹੀਦੇ ਆ, ਦੂਜੀਆਂ ਕੰਪਨੀਆਂ ਦੇ ਯੂਜ਼ ਕਰੋ। ਕਿਉਂਕਿ ਜੇ ਇਹ ਸਾਡੇ ਮੁੱਦੇ ਨੂੰ ਨਹੀਂ ਮਜ਼ਾਕ ਸਮਝ ਰਿਹਾ, ਸਾਡੇ ਪ੍ਰੋਟੈਸਟ ਨੂੰ ਮਜ਼ਾਕ ਸਮਝ ਰਿਹਾ ਤੇ ਫਿਰ ਸਾਨੂੰ ਇਹਨਾਂ ਦੀਆਂ ਵੀ ਚੀਜ਼ਾਂ ਬੰਦ ਕਰਨੀਆਂ ਪੈਣਗੀਆਂ। ਠੀਕ ਹੈ। ਲਾਸਟ ਸਵਾਲ ਹੈ ਕਿ ਜਿਹੜੇ ਕਲਾਕਾਰ ਜਾ ਰਹੇ ਨੇ 2-4 ਦਿਨ ਜਾ ਕੇ ਥੱਕ ਤਾਂ ਨਹੀਂ ਜਾਣਗੇ? ਲੜਾਈ ਲੰਬੀ ਚੱਲਣੀ ਹੈ, ਜਾਓਗੇ ਸਾਰੇ ਤੁਸੀਂ ਆਪਣੇ ਤੌਰ ਤੇ ਵੀ ਤੇ ਹੋਰ ਵੀ ਨਾਲ? ਬਿਲਕੁਲ ਜਾਵਾਂਗੇ, ਬਿਲਕੁਲ ਨਾਲ ਆ। ਜਦੋਂ ਵੀ ਕੋਈ ਸੱਦਾ ਆਊਗਾ, ਜਿੱਥੇ ਵੀ ਸਾਡਾ ਪ੍ਰੋਗਰਾਮ ਬਣੂਗਾ, ਆਪਣੇ ਯੂਥ ਦੇ ਨਾਲ ਆਪਣੇ ਆਪਣੇ ਏਰੀਏ ਦੇ ਵਿੱਚ ਜਾਣ ਦੀ ਲੋੜ ਆ। ਜਿੰਨੀ ਵਾਰੀ ਕਹਿਣਗੇ ਉਨੀ ਵਾਰੀ ਜਾਵਾਂਗੇ, ਜਦੋਂ ਤੱਕ ਇਹ ਚੀਜ਼ ਨਹੀਂ ਇਨਸਾਫ ਹੁੰਦਾ ਅਸੀਂ ਨਾਲ ਆ ਜੀ। ਸੁਣਿਆ ਜੀ ਪੰਜਾਬ ਦੇ ਲੋਕਾਂ ਨੂੰ, ਹਰਿਆਣਾ ਦੇ ਲੋਕਾਂ ਨੂੰ ਲਾਸਟ ਅਪੀਲ ਕੀ? ਮੈਂ ਪੰਜਾਬ ਦੇ ਲੋਕਾਂ ਨੂੰ ਤੇ ਹਰਿਆਣਾ ਦੇ ਯੂਥ ਨੂੰ ਮੇਰੀ ਇਹੀ ਹੱਥ ਜੋੜ ਕੇ ਅਪੀਲ ਆ ਕਿ ਇਸ ਟਾਈਮ ਤੇ ਸਾਡਾ ਪਾਰਟੀਬਾਜ਼ੀ ਕਰਨ ਦਾ ਕੋਈ ਏਜੰਡਾ ਨਹੀਂ ਹੈਗਾ, ਨਾ ਹੀ ਕਿਸੇ ਪੋਲੀਟੀਕਲ ਪਾਰਟੀ ਨੂੰ ਸਪੋਰਟ ਕਰਨ ਦਾ ਕੋਈ ਏਜੰਡਾ ਹੈ। ਮੈਂ ਤੁਹਾਡੇ ਸਾਰਿਆਂ ਅੱਗੇ ਇਹ ਰਿਕੁਐਸਟ ਕਰਦੀ ਆ, ਅਸੀਂ ਵੀ ਕਿਸਾਨ ਫੈਮਿਲੀ ਨੂੰ ਬਿਲੋਂਗ ਕਰਦੇ ਆ, ਮਹਿਤਾਬ ਜੀ ਵੀ ਕਰਦੇ ਆ, ਸੋ ਤੁਸੀਂ ਸਾਰੇ ਕਿਸਾਨ ਏਕਤਾ ਕਿਸਾਨ ਯੂਨੀਅਨ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਕੇ ਚੱਲੋ ਤਾਂ ਕਿ ਕੇਂਦਰ ਸਰਕਾਰ ਨੂੰ ਤੁਸੀਂ ਇਹ ਦੱਸ ਸਕੋ ਕਿ ਜੇ ਉਹਨਾਂ ਨੇ ਬਿੱਲ ਲਾਗੂ ਪਾਸ ਕੀਤਾ ਹੈ ਤੇ ਤੁਸੀਂ ਲਾਗੂ ਨਹੀਂ ਹੋਣ ਦੇਣਾ। ਕਿਉਂਕਿ ਜੇ ਤੁਸੀਂ ਅੱਡ-ਅੱਡ ਜਾਓਗੇ, ਅੱਡ-ਅੱਡ ਤੁਹਾਨੂੰ ਤੋੜਿਆ ਜਾਊਗਾ। ਜੇ ਤੁਸੀਂ ਇਕੱਠੇ ਹੋ ਕੇ ਜਾਓਗੇ ਤੇ ਤੁਹਾਨੂੰ ਕੋਈ ਨਹੀਂ ਤੋੜ ਸਕਦਾ। ਹੋਰ ਜਿਵੇਂ ਇਹਨਾਂ ਨੇ ਸਿੱਪੀ ਭਾਜੀ ਨੇ ਕਿਹਾ ਜਾਂ ਮਹਿਤਾਬ ਜੀ ਕਹਿ ਰਹੇ ਨੇ ਕਿ ਰਿਲਾਇੰਸ ਦਾ ਬਾਈਕਾਟ ਕਰਨਾ ਚਾਹੀਦਾ ਹੈ ਤੇ ਰਿਲਾਇੰਸ ਦਾ ਬਾਈਕਾਟ ਕਰਨਾ ਚਾਹੀਦਾ ਹੈ, ਫਿਰ ਅਸੀਂ ਇਕੱਲੇ ਨਾ ਕਹੀਏ, ਫਿਰ ਇਹ ਸਾਰੇ ਜਾਣੇ ਕਹਿਣ, ਸਾਰਾ ਯੂਥ ਅੱਗੇ ਆ ਕੇ ਕਵੇ ਕਿ ਆਪਾਂ ਰਿਲਾਇੰਸ ਦਾ ਬਾਈਕਾਟ ਕਰਦੇ ਆ। ਤੇ ਇਹ ਕੌਣ ਹੁੰਦੇ ਆ? ਸਾਡੇ ਕਿਸਾਨਾਂ ਵਾਸਤੇ ਇਹ ਬਿੱਲ ਪਾਸ ਕਰਨ ਵਾਲੇ ਅਸੀਂ ਕਿਸਾਨ ਖੁਦ ਡਿਸਾਈਡ ਕਰਾਂਗੇ ਸਾਡੇ ਕਿਸਾਨਾਂ ਵਾਸਤੇ ਕਿਹੜੀਆਂ ਚੀਜ਼ਾਂ ਚੰਗੀਆਂ ਨੇ, ਕਿਹੜੀਆਂ ਮਾੜੀਆਂ ਨੇ, ਤੇ ਇਹ ਬਿੱਲ ਜਿਹੜਾ ਆ ਉਹ ਲਾਗੂ ਨਹੀਂ ਹੋਣਾ ਚਾਹੀਦਾ। ਬਹੁਤ ਧੰਨਵਾਦ ਸੋਨੀਆ ਮਾਨ ਜੀ, ਮਹਿਤਾਬ ਵਿਰਕ, ਸਮਾਂ ਦੇਣ ਦੇ ਲਈ। ਗੱਲਬਾਤ ਤੁਸੀਂ ਸੁਣੀ ਹੈ, ਵਿਭਾਗੀ ਦੇ ਨਾਲ ਗੱਲਬਾਤ ਸੋਨੀਆ ਮਾਨ ਹੋਰਾਂ ਨੇ ਕੀਤੀ ਹੈ, ਮਹਿਤਾਬ ਹੋਰਾਂ ਨੇ ਕੀਤੀ ਹੈ। ਵੱਡੀ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਇੱਕ ਤਾਂ ਸੰਘਰਸ਼ ਹੋਰ ਤਿੱਖਾ ਕਰਨਾ ਪਊਗਾ, ਦੂਜਾ ਇਕਜੁੱਟਤਾ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਇੱਕ ਝੰਡੇ ਥੱਲੇ ਇਕਜੁੱਟ ਹੋਣਾ ਪਵੇਗਾ ਤਾਂ ਹੀ ਜਿਹੜਾ ਵੱਡਾ ਸੰਘਰਸ਼ ਹੈ ਉਹ ਉਲੀਕਿਆ ਜਾ ਸਕਦਾ ਹੈ। ਲੱਖਾਂ ਦੀ ਗਿਣਤੀ ਦੇ ਵਿੱਚ ਜਦੋਂ ਲੋਕ ਸੜਕਾਂ ਤੇ ਉਤਰਨਗੇ ਤਾਂ ਜ਼ਰੂਰ ਦਿੱਲੀ ਦੀ ਕੇਂਦਰ ਦੀ ਸਰਕਾਰ ਨੂੰ ਇਹ ਜਿਹੜੇ ਖੇਤੀ ਕਾਨੂੰਨ ਨੇ ਇਹ ਵਾਪਸ ਲੈਣ ਦੇ ਲਈ ਮਜਬੂਰ ਹੋਣਾ ਪਵੇਗਾ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ। ਕੈਮਰਾਮੈਨ ਪ੍ਰਵਿੰਦਰ ਸਿੰਘ ਦੇ ਨਾਲ ਰਣਬੀਰ ਸਿੰਘ ਰਾਣਾ।